ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡੇ ਨਾਲ ਦਿਵਿਆ ਨੇਜਾ ਤੇ ਪਾਇਨੀਅਰ ਇਮੀਗ੍ਰੇਸ਼ਨ ਦੇ ਇਸ ਖਾਸ ਸ਼ੋਅ ਦੇ ਵਿੱਚ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਸਵਾਗਤ ਹੈਗਾ। ਇਸ ਸ਼ੋਅ ਦੇ ਰਾਹੀਂ ਅੱਜ ਆਪਾਂ ਤੁਹਾਨੂੰ ਗਾਈਡ ਕਰਨ ਵਾਲੇ ਹਾਂ ਜੀ ਕੈਨੇਡਾ ਨੂੰ ਲੈ ਕੇ ਕੀ ਅਪਡੇਟ ਹੈਗੀ ਹੈ, ਕੀ ਕੁਝ ਇਨਫੋਰਮੇਸ਼ਨ ਤੁਹਾਡੇ ਕੰਮ ਆ ਸਕਦੀ ਹੈ। ਸਟੂਡੈਂਟ ਦੇ ਲਈ ਇਹ ਸ਼ੋਅ ਹੈਗਾ ਹੈ, ਸਟੂਡੈਂਟ ਦੇ ਪੇਰੈਂਟਸ ਦੇ ਲਈ ਇਹ ਸ਼ੋਅ ਹੈਗਾ, ਜਿਨ੍ਹਾਂ ਦੇ ਮਾਪਿਆਂ ਦੇ ਪੈਸੇ ਲੱਗੇ ਹੋਏ ਨੇ ਨਾ ਬੱਚਿਆਂ ਪਿੱਛੇ ਬਾਹਰ ਜਾਣਾ ਚਾਹੁੰਦੇ ਨੇ ਉਹ। ਸੋ ਇਹ ਸ਼ੋਅ ਐਂਡ ਤੱਕ ਜ਼ਰੂਰ ਦੇਖਿਓ, ਤੁਹਾਡੇ ਇੱਕ ਜਿਹੜੀ ਇਨਫੋਰਮੇਸ਼ਨ ਆਪਾਂ ਦੇਣ ਵਾਲੇ ਆ ਬਹੁਤ ਕੰਮ ਆਏਗੀ। ਏਜੰਟ ਦੇ ਉੱਤੇ ਕਿੱਦਾਂ ਭਰੋਸਾ ਕਰਨਾ ਹੈਗਾ, ਕਿਹੜੇ ਏਜੰਟ ਕੋਲ ਤੁਹਾਨੂੰ ਜਾਣਾ ਚਾਹੀਦਾ, ਕਿਹੜਾ ਆਥੋਰਾਈਜ਼ਡ ਪਰਸਨ ਹੈ ਜਿਹਦੇ ਕੋਲ ਜਾ ਕੇ ਤੁਸੀਂ ਆਪਣੀ ਫਾਈਲ ਲਵਾਓ। और जे तुहाडे बच्चे दे घट बैंड हैगे तुसीं तां भी ये शो देख सकते हो। लेकिन उस तो पहले मैं जस्ट स्टार्ट करा ये शो, एक तुहानूं मैं वीडियो दिखाना चाहुंदी हां जी। ICCRC वल्लों ये वीडियो हैगी है, पहले इस वीडियो नूं देखो, उस तो बाद आपां शो नूं शुरुआत करदे हां। हर साल दुनिया भर विचों लोग कैनेडा आउण वास्ते अर्जी दिंदे हन। बहुतिआं कोल हुनर अते सिੱਖਿਆ है जिस दी कैनेडा नूं लोड़ है, जां ਉਹ ਆਪਣੇ परिवार ਦੇ ਮੈਂਬਰਾਂ ਨੂੰ ਮਿਲਣ ਆਉਂਦੇ ਹਨ। ਕੁਝ ਘੁੰਮਣ ਪੜ੍ਹਨ ਵਾਸਤੇ ਜਾਂ ਆਰਜ਼ੀ ਤੌਰ ਤੇ ਕੰਮ ਕਰਨ ਆਉਂਦੇ ਹਨ। ਦੂਸਰੇ ਸੁਰੱਖਿਆ ਤੇ ਆਜ਼ਾਦੀ ਲੱਭਦੇ ਹਨ। ਕੈਨੇਡਾ ਵਿੱਚ ਆਵਾਸ ਕਰਨਾ ਜ਼ਿੰਦਗੀ ਬਦਲਣ ਵਾਲਾ ਤਜਰਬਾ ਹੁੰਦਾ ਹੈ, ਇੱਕ ਬਹੁਤ ਹੀ ਅਹਿਮ ਫੈਸਲਾ ਜੋ ਕਿਸੇ ਨੇ ਬਣਾਉਣਾ ਹੁੰਦਾ ਹੈ। ਇਸ ਕਰਕੇ ਬਹੁਤੇ ਆਵਾਸੀਆਂ ਨੂੰ ਅਰਜ਼ੀ ਦੀ ਕਾਰਵਾਈ ਵਿੱਚ ਮਦਦ ਦੀ ਲੋੜ ਹੁੰਦੀ ਹੈ। ਕੁਝ ਲੋਕ ਇਮੀਗ੍ਰੇਸ਼ਨ ਲਈ ਮਦਦ ਕਰਨ ਵਾਸਤੇ ਆਪਣੀਆਂ ਸੇਵਾਵਾਂ ਪੇਸ਼ ਕਰਦੇ ਹਨ, ਪਰ ਬਹੁਤਿਆਂ ਨੂੰ ਇਹ ਕਰਨ ਦੀ ਇਜਾਜ਼ਤ ਨਹੀਂ ਹੁੰਦੀ। ਕੈਨੇਡੀਅਨ ਇਮੀਗ੍ਰੇਸ਼ਨ ਲਈ ਫੀਸ ਲੈ ਕੇ ਮਸ਼ਵਰਾ ਦੇਣਾ ਗੈਰ ਕਾਨੂੰਨੀ ਹੈ। ਜੇ ਉਹ ਕੈਨੇਡੀਅਨ ਲਾ ਸੁਸਾਇਟੀ, ਕਿਊਬੈਕ ਚੈਂਬਰਜ਼ ਆਫ ਨੋਟਰੀਜ਼ ਜਾਂ ICCRC ਗੈਰ ਪ੍ਰਮਾਣਿਤ ਨੁਮਾਇੰਦਿਆਂ ਨੂੰ $1 ਲੱਖ ਤੱਕ ਜੁਰਮਾਨਾ ਹੋ ਸਕਦਾ ਹੈ ਜਾਂ 2 ਸਾਲ ਤੱਕ ਲਈ ਜੇਲ੍ਹ ਭੇਜਿਆ ਜਾ ਸਕਦਾ ਹੈ। ICCRC ਤੁਹਾਡੀ ਸੁਰੱਖਿਆ ਲਈ ਸਥਾਪਿਤ ਕੀਤਾ ਗਿਆ ਹੈ। ਕੈਨੇਡੀਅਨ ਇਮੀਗ੍ਰੇਸ਼ਨ ਸਲਾਹਕਾਰ ਸਰਕਾਰ ਦੀ ਆਗਿਆ ਨਾਲ ਕੰਮ ਕਰਦੇ ਹਨ। ਦੁਨੀਆ ਭਰ ਵਿੱਚ 3000 ਤੋਂ ਵੱਧ ਪ੍ਰਵਾਨਿਤ ਇਮੀਗ੍ਰੇਸ਼ਨ ਸਲਾਹਕਾਰ ਹਨ, ਜਿਨ੍ਹਾਂ ਨੂੰ ਤੁਹਾਡੀ ਅਰਜ਼ੀ ਭਰਨ ਦਾ ਤਜਰਬਾ, ਸਿਖਲਾਈ ਅਤੇ ਜਾਣਕਾਰੀ ਹੈ। ਹੋਰ ਪ੍ਰਵਾਨਿਤ ਇਮੀਗ੍ਰੇਸ਼ਨ ਸਲਾਹਕਾਰ ਲੱਭਣ ਲਈ ਸਾਡੀ ਵੈਬਸਾਈਟ ਤੇ ਜਾਓ ਜੀ। ਆਪਣੇ ਭਵਿੱਖ ਨੂੰ ਸੁਰੱਖਿਅਤ ਕਰੋ ਤੇ ਆਪਣੇ ਕੈਨੇਡੀਅਨ ਸੁਪਨਿਆਂ ਨੂੰ ਪੂਰਾ ਕਰੋ। ਤੇ ਇਸ ਵੀਡੀਓ ਨੂੰ ਦਿਖਾਉਣ ਦਾ ਮਕਸਦ ਇਹ ਸੀਗਾ ਕਿ ICCRC ਦੀ ਇੰਪੋਰਟੈਂਸ ਕੀ ਹੈਗੀ ਹੈ, ਇੱਕ ਲਾਇਸੈਂਸਡ ਬ੍ਰਾਂਡ ਹੋਣਾ ਕਿੰਨਾ ਜ਼ਰੂਰੀ ਹੈਗਾ ਆ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਤੁਸੀਂ ਜਿਹੜੇ ਏਜੰਟ ਕੋਲ ਜਾ ਰਹੇ ਹੋ ਉਹ ਕਿੰਨਾ ਕੁ ਆਥੋਰਾਈਜ਼ਡ ਹੈਗਾ ਆ, ਜਾਂ ਫਿਰ ਇੱਦਾਂ ਹੀ ਕੋਈ ਵੀ ਦੁਕਾਨ ਜਾਂ ਸ਼ੋਰੂਮ ਲੈ ਕੇ ਖੋਲ ਕੇ ਬੈਠਾ ਹੈ ਤੇ ਉਹਨੇ ਆਪਣੇ ਸ਼ੋਰੂਮ ਦਾ ਕਿਰਾਇਆ ਕੱਢਣਾ ਹੈ। ਤੁਸੀਂ ਆਪ ਸਮਝਦਾਰ ਹੈਗੇ ਹੋ, ਅੱਜ ਕੱਲ੍ਹ ਇੰਟਰਨੈਟ ਦਾ ਜ਼ਮਾਨਾ ਹੈਗਾ ਆ, ਹਰ ਚੀਜ਼ ਦੀ ਰੇਕੀ ਕਰਕੇ ਫਿਰ ਤੁਸੀਂ ਆਪਣੇ ਫਾਈਨਲ ਡਿਸੀਜਨ 'ਤੇ ਪਹੁੰਚਿਆ ਕਰੋ। ਮੈਂ ਜਿੱਦਾਂ ਕਿ ਪਾਇਨੀਅਰ ਇਮੀਗ੍ਰੇਸ਼ਨ ਦੀ ਗੱਲ ਕੀਤੀ ਹੈ, ਇਸ ਸ਼ੋਅ ਦੇ ਰਾਹੀਂ ਤੁਹਾਨੂੰ ਇਹ ਵੀ ਦੱਸਾਂਗੇ ਕਿ ਜਿਹੜੇ ਸਰ ਅੱਜ ਸਾਡੇ ਨਾਲ ਆਉਣ ਵਾਲੇ ਨੇ ਉਹਨਾਂ ਦੀ ਨੌਲੇਜ ਤੁਹਾਡੇ ਕਿੱਦਾਂ ਕੰਮ ਆਏਗੀ। ਦੇਖੋ, ਜਿਹੜੇ ਕੋਲ ਆਪਣੇ ਆਪ ਕੋਲ ਇੱਕ ਵੱਡਾ ਐਕਸਪੀਰੀਅੰਸ ਹੋਏਗਾ, ਇੱਕ ਰਿਚ ਐਕਸਪੀਰੀਅੰਸ ਹੋਏਗਾ, ਤਾਂ ਹੀ ਉਹ ਗੱਲਾਂ ਸ਼ੇਅਰ ਕਰ ਪਾਏਗਾ, ਤਾਂ ਹੀ ਤੁਹਾਨੂੰ ਆਪਸ਼ਨਸ ਦੇ ਪਾਏਗਾ। ਸੋ ਐਸੇ ਲਈ ਮੈਂ ਅੱਗੇ ਸ਼ੁਰੂਆਤ ਕਰਦੀ ਹਾਂ ਜੀ। ਮੈਂ ਸੱਦਾ ਦੇਣਾ ਚਾਹੁੰਦੀ ਹਾਂ ਡਾਕਟਰ ਰਵੀ ਗਰਗ ਨੂੰ, ਜਿਨ੍ਹਾਂ ਨੂੰ ਕਈ ਸਾਲਾਂ ਦਾ ਐਕਸਪੀਰੀਅੰਸ ਹੈਗਾ, ਕਈ ਬੱਚਿਆਂ ਦੇ ਨਾਲ ਡੇਲੀ ਮੁਖਾਤਿਬ ਹੁੰਦੇ ਨੇ, ਡੇਲੀ ਉਹਨਾਂ ਨੂੰ ਗਾਈਡ ਕਰਦੇ ਨੇ। ਆਓ ਪਹਿਲਾਂ ਉਹਨਾਂ ਦਾ ਸਵਾਗਤ ਕਰੀਏ। ਸਤਿ ਸ਼੍ਰੀ ਅਕਾਲ ਸਰ, ਬਹੁਤ ਬਹੁਤ ਸਵਾਗਤ ਹੈਗਾ। ਦਿਵਿਆ ਜੀ, ਸ਼ੋਅ 'ਤੇ ਸੱਦਾ ਦੇਣ ਲਈ ਬਹੁਤ ਬਹੁਤ ਧੰਨਵਾਦ ਤੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਰ, ਮੈਂ ਸਭ ਤੋਂ ਪਹਿਲੇ ਸ਼ੁਰੂਆਤ ਹੀ ਉਹਨਾਂ ਨਾਲ ਕਰਨਾ ਚਾਹੁੰਦੀ ਹਾਂ ਜਿਹੜੇ ਬੱਚਿਆਂ ਦੇ ਲੋ ਬੈਂਡ ਰਹਿੰਦੇ ਨੇ। ਅੱਜ ਕੱਲ੍ਹ ਇਹ ਵੀ ਹੈਗਾ ਕਿ ਕਈ ਏਜੰਟਸ ਇੱਦਾਂ ਕਹਿੰਦੇ ਨੇ ਤੁਹਾਡੇ ਲੋ ਬੈਂਡ ਹੈਗੇ ਨੇ, ਰਿਫਿਊਜ਼ਲ ਆਈ ਜਾ ਰਹੀ ਹੈਗੀ ਹੈ, ਤੁਸੀਂ ਕੈਨੇਡਾ ਦਾ ਸੁਪਨਾ ਛੱਡੋ, ਤੁਸੀਂ UK ਜਾਓ, US ਜਾਓ, ਬਥੇਰੇ ਆਪਸ਼ਨ ਹੈਗੇ ਨੇ, ਤੁਸੀਂ ਕੈਨੇਡਾ ਦਾ ਸੁਪਨਾ ਛੱਡ ਦਿਓ। ਤੁਸੀਂ ਉਹਨਾਂ ਸਟੂਡੈਂਟਸ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਨ੍ਹਾਂ ਦੇ ਲੋ ਬੈਂਡਸ ਹੈਗੇ ਨੇ? ਦਿਵਿਆ ਜੀ, ਦੇਖੋ, ਸਾਡੇ ਕੋਲ ਜਿਸ ਤਰ੍ਹਾਂ ਕਿ ਕੰਪਨੀ ਜਿਹੜੀ ਸਾਡੀ 2003 ਤੋਂ ਪਾਇਨੀਅਰ ਇਮੀਗ੍ਰੇਸ਼ਨ ਐਥੀਕਲ, ਓਨੈਸਟ, ਟਰਾਂਸਪੇਰੈਂਟ ਔਰ ਬੜੀ ਸਾਫ ਸੁਥਰੀ ਜਿਹੜੀਆਂ ਕੰਸਲਟੇਸ਼ਨਸ ਦਾ ਮਤਲਬ ਸਾਫ ਸੁਥਰੀਆਂ ਤੁਹਾਨੂੰ ਸਲਾਹਾਂ ਦਿੰਦੀ ਆਈ ਹੈਗੀ ਹੈ। ਅਤੇ ਉਹ ਇੰਨੇ ਲੰਬੇ ਐਕਸਪੀਰੀਅੰਸ ਦੇ ਨਾਲ ਮੈਂ ਦੇਖਿਆ ਕਿ ਸਟੂਡੈਂਟਸ ਦੀ ਕਿਸੇ ਵਜ੍ਹਾ ਕਰਕੇ ਛੋਟੀ ਜਿਹੀ ਗੱਲ ਪਿੱਛੇ ਕਿ ਜਲਦੀ ਜਾਣਾ ਚਾਹੁੰਦੇ, ਮੰਨ ਲਓ ਕਿਸੇ ਕੈਨੇਡਾ ਵਰਗੇ ਕੰਟਰੀ 'ਚ ਥੋੜ੍ਹਾ ਲੇਟ 4 ਮਹੀਨੇ ਲੇਟ ਜਾ ਰਹੇ ਨੇ, ਉਸ ਦੇ ਬਜਾਏ ਜਲਦੀ ਜਾਣ ਕਰਕੇ ਕਿਤੇ ਚਲੇ ਗਏ, ਜਾਂ ਛੋਟੀ ਮੋਟੀ ਹੋਰ ਖਾਸ ਤੌਰ 'ਤੇ ਆਈਲਟਸ ਦੇ ਬੈਂਡ ਕੋਈ ਘੱਟ ਗਏ, 5.5 ਬੈਂਡ ਹੈਗੇ ਨੇ ਅਤੇ ਆਪਾਂ ਨੂੰ ਦੁਬਾਰਾ ਦੇਣਾ ਪੈਣਾ, ਕਿਉਂਕਿ ਆਈਲਟਸ ਬੈਂਡ ਚੰਗੇ ਠੀਕ ਚਾਹੀਦੇ ਨੇ ਤਾਂ ਕੈਨੇਡਾ ਜਾ ਸਕਦੇ ਆ, ਅਤੇ ਕਿਉਂਕਿ ਘੱਟ ਨੇ ਅਤੇ ਦੁਬਾਰਾ ਦੇਣਾ ਨਹੀਂ ਚਾਹੁੰਦੇ ਬੱਚੇ,
ਤੇ ਕਿਸੇ ਹੋਰ ਕੰਟਰੀ ਚਲੇ ਗਏ। ਤੇ ਸਾਡੇ ਕੋਲੇ ਫਿਰ 2 ਸਾਲ ਬਾਅਦ 3 ਸਾਲ ਬਾਅਦ ਫੋਨ ਆਉਂਦੇ ਆ ਕਿ ਉਦੋਂ ਇਸ ਕਾਰਨ ਕਰਕੇ ਅਸੀਂ ਕਿਸੇ ਹੋਰ ਕੰਟਰੀ ਚਲੇ ਗਏ ਸੀਗੇ, ਹੁਣ ਸਾਡੀ PR ਨਹੀਂ ਹੋ ਰਹੀ, ਦਿੱਕਤਾਂ ਆ ਰਹੀਆਂ ਨੇ ਤੇ ਹੁਣ ਅਸੀਂ ਕੈਨੇਡਾ ਜਾਣਾ ਚਾਹੁੰਦੇ ਹੈਗੇ ਆ ਤੇ ਹੈਲਪ ਅਸ ਕਿ ਇਸ ਤਰੀਕੇ ਨਾਲ ਅੱਗੇ ਲਾਈਫ ਦੀ ਸੈਟਲਮੈਂਟ ਹੋ ਜੇ। ਜਦੋਂ ਇੱਕ ਵਾਰੀ ਕਿਤੇ ਚਲੇ ਗਏ ਫਿਰ ਅੱਗੇ ਦੀ ਪ੍ਰੋਬਲਮ ਇਹ ਹੈ ਕਿ ਜਿੰਨਾ ਖਰਚਾ ਸੀਗਾ ਉਹ ਸਾਰਾ ਖਰਚਾ ਉੱਥੇ ਲਗਾ ਦਿੱਤਾ। ਹੁਣ ਖਰਚਾ ਕਰਨ ਨੂੰ ਹੈ ਨਹੀਂ ਕਿ ਸਟੱਡੀ ਵੀਜ਼ਾ ਤੇ ਜ਼ਿਆਦਾਤਰ ਕਿਸੇ ਸਟੱਡੀ ਵੀਜ਼ਾ ਤੇ ਜਾ ਪਾਉਂਦੇ ਨੇ ਕਿ ਸਟੱਡੀ ਵੀਜ਼ਾ ਤੇ ਉੱਥੇ ਜਾ ਕੇ ਪੜ੍ਹ ਸਕਣ, ਉਹਦੇ ਖਰਚਾ ਹੈ ਨਹੀਂਗਾ। ਸੋ ਇਹ ਫਿਰ ਅੱਗੇ ਜਿਹੜੀਆਂ ਕੰਪਲੀਕੇਸ਼ਨਸ ਹੁੰਦੀਆਂ ਨੇ, ਬ੍ਰੇਕਾਂ ਲੱਗਣ ਵਾਲਾ, ਰੁਕਾਵਟਾਂ ਲੱਗਣ ਵਾਲਾ ਕੰਮ ਹੁੰਦਾ। ਪਹਿਲਾਂ ਹੀ ਫੈਸਲਾ ਜਿਹੜਾ ਹੈ ਸੋਚ ਸਮਝ ਕੇ ਕਰਨਾ ਹੈ। ਬੱਚਿਆਂ ਨੂੰ ਇਹ ਕਿ ਮੇਰੀ ਸਲਾਹ ਕਿ ਇਹ ਸਾਰੇ ਲਾਈਫ ਦੀ ਗੱਲ ਹੈਗੀ ਹੈ, ਕੈਰੀਅਰ ਦੀ ਗੱਲ ਹੈਗੀ ਹੈ, ਬਾਅਦ ਦੇ ਵਿੱਚ ਔਖੇ ਹੋਣ ਨਾਲੋਂ ਅੱਜ ਜਿਹੜਾ ਹੈਗਾ ਇੱਕ ਚੰਗਾ ਡਿਸੀਜਨ ਕਰ ਲੈਣਾ ਹੈ। ਇਹਦਾ ਮਤਲਬ ਇਹ ਕਿ ਭਾਵੇਂ 2 ਵਾਰ 3 ਵਾਰ 4 ਵਾਰ ਆਈਲੈਟਸ ਦੇਣੀ ਪਵੇ। ਜਿਨ੍ਹਾਂ ਬੱਚਿਆਂ ਦੇ ਆਈਲੈਟਸ ਵਿੱਚ ਬੈਂਡ ਨਹੀਂ ਆਉਂਦੇ ਉਹਨਾਂ ਦਾ PTE ਤੇ ਟੋਫਲ ਦੇ ਨਾਲ ਵੀ ਵੀਜ਼ੇ ਆਉਂਦੇ ਨੇ, ਕੋਈ ਪ੍ਰੋਬਲਮ ਨਹੀਂ ਹੈ। ਕੋਈ ਕੰਸਲਟੈਂਟ ਅਗਰ ਇਹ ਗੱਲ ਕਹਿ ਦਿੰਦਾ ਕਿ ਜੇ ਤੁਹਾਡੇ ਮਾਰਕਸ ਘੱਟ ਨੇ ਔਰ ਤੁਸੀਂ ਕੈਨੇਡਾ ਦਾ ਵੀਜ਼ਾ ਨਹੀਂ ਲੱਗਣਾ, ਉਹ ਫਲਾਣੇ ਕੰਟਰੀ ਦਾ ਵੀਜ਼ਾ ਨਹੀਂ ਲੱਗਣਾ, ਐਵੇਂ ਨਹੀਂ ਐਵੇਂ ਕਰ ਲਓ, ਤੇ ਉਹ ਵੀ ਇੱਕ ਐਕਸਪਰਟ ਜੈਨੂਅਨ, ਜਿਸ ਤਰ੍ਹਾਂ ਮੈਂ ਸ਼ੁਰੂ ਦੇ ਵਿੱਚ ਕਿਹਾ, ਟਰਾਂਸਪੇਰੈਂਟ ਔਰ ਬਿਲਕੁਲ ਸਾਫ਼ ਸੁਥਰੀਆਂ ਜਿਹੜੀਆਂ ਤੁਹਾਨੂੰ ਸਲਾਹਾਂ ਦੇਣ ਵਾਲੇ ਦਾ ਮਤਲਬ ਇਹ ਹੈ ਕਿ ਅਗਰ ਤੁਹਾਡਾ ਕੰਮ ਹੋਣਾ ਹੈ ਤੇ ਅਸੀਂ ਕਹਿ ਦੇਣਾ ਹਾਂ ਹੋਣਾ ਹੈ, ਜੇ ਨਹੀਂ ਹੋਣਾ ਤੇ ਤੁਹਾਨੂੰ ਫਿਰ ਗੁੰਮਰਾਹ ਪੈਸਿਆਂ ਦੇ ਕਰਕੇ ਜਾਂ ਲਾਲਚ ਕਰਕੇ ਬਿਲਕੁਲ ਵੀ ਗੁੰਮਰਾਹ ਨਹੀਂ ਕਰਨਾ। ਲਾਲਚ ਦਾ ਮਤਲਬ ਇਹ ਕਿ ਪਾਇਨੀਅਰ ਇਮੀਗ੍ਰੇਸ਼ਨ ਦੀ ਗੱਲ ਕਰੀਏ ਤੇ ਅਸੀਂ ਫੀਸ ਲੈਂਦੇ ਹੀ ਨਹੀਂ, ਕਿਉਂਕਿ ਅਸੀਂ ਆਥੋਰਾਈਜ਼ਡ ਰਿਪਰੈਜ਼ੈਂਟੇਟਿਵ ਹੈਗੇ ਆ ਕੈਨੇਡੀਅਨ ਕਾਲਜਿਸ ਯੂਨੀਵਰਸਿਟੀਜ਼ ਦੇ, ਆਸਟ੍ਰੇਲੀਆ ਦੇ ਵੀ, ਖਾਸ ਤੌਰ ਤੇ ਜਿਸ ਤਰ੍ਹਾਂ ਕਿ ਕੈਨੇਡਾ ਦਾ ਮੈਂ ICCRC ਮੈਂਬਰ ਹੈਗਾ। ਕੈਨੇਡੀਅਨ ਗੌਰਮੈਂਟ ਦੀ ਡੈਜ਼ਿਗਨੇਟਿਡ ਬਾਡੀ ਜਿਹੜੀ ICCRC, ਉਸ ਦੇ ਮੈਂਬਰ ਹੀ ਸਿਰਫ ਲੀਗਲੀ ਆਥੋਰਾਈਜ਼ਡ ਨੇ ਔਰ ਉਸ ਦੇ ਵਾਸਤੇ ਇਮੀਗ੍ਰੇਸ਼ਨ ਲਾਅ ਜਿਹੜਾ ਹੈ ਪਾਸ ਕਰਨਾ ਹੈ ਕੈਨੇਡੀਅਨ ਇੰਸਟੀਟਿਊਸ਼ਨ ਕੈਨੇਡਾ ਕਾਲਜ ਯੂਨੀਵਰਸਿਟੀ ਤੋਂ, ਆਈਲੈਟਸ ਦੇ 777 ਬੈਂਡ ਔਰ ਫਿਰ ਲਾਇਸੈਂਸਿੰਗ ਐਗਜ਼ਾਮ ਪਾਸ ਕਰਕੇ ਅਸੀਂ ਜਿਹੜਾ ਹੈ ICCRC ਮੈਂਬਰ ਬਣਦੇ ਹਾਂ, ਜਿਹੜਾ ਕਿ ਕੈਨੇਡੀਅਨ ਗੌਰਮੈਂਟ, ਕੈਨੇਡੀਅਨ ਅੰਬੈਸੀ ਤੋਂ ਮਨਜ਼ੂਰ ਸ਼ੁਦਾ, ਔਰ ਕੈਨੇਡਾ ਅੰਬੈਸੀ ਜਿਸ ਨੇ ਵੀਜ਼ਾ ਦੇਣਾ ਉਸ ਦੀ ਵੈਬਸਾਈਟ ਤੇ ਨਾਮ ਦੇਖ ਸਕਦੇ ਹਾਂ। ਸਰਚ ਬਾਕਸ ਦੇ ਵਿੱਚ ਆਥੋਰਾਈਜ਼ਡ ਰਿਪਰੈਜ਼ੈਂਟੇਟਿਵ ਵਰਡ ਲਿਖਣਾ ਹੈ ਤੇ ICCRC ਮੈਂਬਰਸ ਦੀ ਲਿਸਟ ਆ ਜਾਏਗੀ। ਇਸੇ ਤਰੀਕੇ ਨਾਲ ਆਸਟ੍ਰੇਲੀਆ ਦੇ ਵਿੱਚ ਮਾਰਾ ਏਜੰਟ ਜਾਂ ਮਾਰਾ ਮੈਂਬਰ ਹੀ ਸਿਰਫ ਲੀਗਲੀ ਆਥੋਰਾਈਜ਼ਡ ਨੇ ਆਸਟ੍ਰੇਲੀਅਨ ਗੌਰਮੈਂਟ, ਆਸਟ੍ਰੇਲੀਅਨ ਐਮਬੈਸੀ ਤੋਂ। ਤੇ ਮੇਰੇ ਪਾਰਟਨਰ ਡਾਕਟਰ ਗਗਨਦੀਪ ਕੌਰ ਜੱਜੀ ਔਰ ਮੇਰੇ ਕਲਾਸ ਫੈਲੋ ਸੀ ਡਾਕਟਰੀ ਦੇ ਵਿੱਚ, ਔਰ ਉਹ ਆਸਟ੍ਰੇਲੀਅਨ ਸਿਟੀਜ਼ਨ ਨੇ। ਉਹ ਆਸਟ੍ਰੇਲੀਆ ਦੇ ਸਟੱਡੀ ਵੀਜ਼ਾ ਔਰ ਆਸਟ੍ਰੇਲੀਆ ਦੇ ਰਿਲੇਟਡ ਸਾਰਾ ਜਿਹੜਾ ਕੇਸਿਸ ਉਹਨਾਂ ਦਾ ਪਰਸਨਲੀ ਜਿਹੜੀ ਹੈ ਕੇਅਰ ਕਰਦੇ ਹੈਗੇ ਆ। ਸੋ ਇਹ ਜਿਹੜੀ ਸਾਫ਼ ਸੁਥਰੀਆਂ ਜਿਹੜੀਆਂ ਇੰਨੇ ਸਾਲਾਂ ਦਾ 2003 ਤੋਂ ਇੰਨੇ ਸਾਲਾਂ ਦਾ ਤਜਰਬਾ ਔਰ ਸਰਟੀਫਿਕੇਸ਼ਨਸ ਔਰ ਇਹ ਇਹਨਾਂ ਐਕਸਪੀਰੀਅੰਸ ਦੇ ਨਾਲ ਤੁਹਾਨੂੰ ਤੁਹਾਡੇ ਕੇਸ ਦੇ ਬਾਰੇ ਚੰਗੀ ਤਰ੍ਹਾਂ ਧਿਆਨ ਨਾਲ ਦੇਖਣਾ, ਔਰ ਜਿਸ ਤਰ੍ਹਾਂ ਕਿ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਹੀ ਸਾਨੂੰ ਜਿਹੜੇ ਇੰਸਟੀਟਿਊਸ਼ਨਸ, ਫੋਰਨ ਇੰਸਟੀਟਿਊਸ਼ਨਸ ਦੇ ਅਸੀਂ ਆਥੋਰਾਈਜ਼ਡ ਰਿਪਰੈਜ਼ੈਂਟੇਟਿਵ ਹੈਗੇ ਆ ਔਰ ਉਹ ਸਾਨੂੰ ਆਫਿਸਿਸ ਦੇ ਖਰਚੇ ਦਿੰਦੇ ਨੇ। ਅਸੀਂ ਸਟੂਡੈਂਟਸ ਕੋਲੋਂ ਸਿਰਫ 2000, ਜ਼ਿਆਦਾਤਰ ਕੇਸਿਸ ਕੋਲੋਂ 2000 ਰੁਪਏ ਕਾਗਜ਼ਾਂ ਦੇ ਖਰਚੇ ਜਾਂ ਜਿਹੜਾ ਆਫਿਸ ਦੇ ਖਰਚਾ ਇਹ ਛੋਟਾ ਜਿਹਾ ਲੈਂਦੇ ਆ, ਅਦਰਵਾਈਜ਼ ਕੋਈ ਫੀਸ ਨਹੀਂ ਲੈਂਦੇ। ਬੜੇ ਲੋਕ ਹੈਰਾਨ ਹੁੰਦੇ ਕਿ ਕਿਉਂ ਕੋਈ 20,000, ਕੋਈ 2 ਲੱਖ, ਕੋਈ 5 ਲੱਖ, ਬੜੇ ਅਮਾਊਂਟਸ ਲੈਂਦੇ ਨੇ, ਲੇਕਿਨ ਪਾਇਨੀਅਰ ਇਮੀਗ੍ਰੇਸ਼ਨ ਨਹੀਂ ਲੈਂਦਾ। ਇਸ ਕਰਕੇ ਕਿਉਂਕਿ ਅਸੀਂ ਫੀਸ ਨਹੀਂ ਲੈਣੀ, ਕਹਿ ਕੇ ਵੀ ਨਹੀਂ ਲੈਣੀ, ਔਰ ਬਗੈਰ ਕਹੇ ਦਾ ਮਤਲਬ ਕਿ ਬੜੇ ਸਾਰੇ ਲੋਕ ਹਿਡਨ ਚਾਰਜਿਸ ਜਾਂ ਬਿਨਾਂ ਦੱਸੇ ਜਾਂ ਠੱਗੀ ਦੇ ਕੰਮ ਜਾਂ ਗਲਤ ਮਲਤ, ਉਹ ਉਸ ਤਰ੍ਹਾਂ ਦਾ ਵੀ ਪਾਇਨੀਅਰ ਇਮੀਗ੍ਰੇਸ਼ਨ ਬਿਲਕੁਲ 1% ਵੀ ਕੋਈ ਚਾਂਸ ਨਹੀਂ। ਕਿਉਂਕਿ ਮੈਂ ਬੜੇ ਸਾਲ ਡਾਕਟਰੀ ਕੀਤੀ, ਹਸਪੀਟਲ ਚਲਾਇਆ, ਹੁਣ ਮੈਂ ਕੈਨੇਡੀਅਨ ਜਿਹੜਾ ਹੈ ਇਹ ICCRC ਮੈਂਬਰ, ਔਰ ਇਸ ਤਰ੍ਹਾਂ ਦਾ ਕੋਈ ਨਾ ਹੋਣ ਕਰਕੇ ਜੇ ਸਾਨੂੰ ਬੈਨੀਫਿਟ ਹੋਣਾ ਹੈਗਾ, ਜਿਹੜੇ ਆਫਿਸ ਦੇ ਖਰਚੇ ਦੇਣੇ ਹੈ ਕੈਨੇਡੀਅਨ ਇੰਸਟੀਟਿਊਸ਼ਨ ਜਾਂ ਹੋਰ ਨੇ ਆਸਟ੍ਰੇਲੀਅਨ ਇੰਸਟੀਟਿਊਸ਼ਨ ਨੇ ਤੁਹਾਡੇ ਵੀਜ਼ਾ ਤੋਂ ਬਾਅਦ, ਸੋ ਵੀਜ਼ਾ ਲੱਗਣਾ ਤਾਂ ਅਸੀਂ ਤੁਹਾਨੂੰ ਜਿਹੜਾ ਹੈ ਪ੍ਰੋਸੈਸ ਕਰਨਾ, ਅਦਰਵਾਈਜ਼ ਮਨਾ ਕਰ ਦੇਣਾ। ਔਰ ਲੋ ਮਾਰਕਸ ਵਾਲੇ ਵੀ ਬੜੇ ਸਾਰੇ ਕੇਸਿਸ ਨੂੰ ਅਸੀਂ ਆਪਣੀ ਐਕਸਪਰਟੀਜ਼ ਦੇ ਨਾਲ ਵੀਜ਼ਾ ਲੈ ਦਿੰਦੇ ਹਾਂ, ਕੋਈ ਪ੍ਰੋਬਲਮ ਨਹੀਂ। ਸਾਡੇ ਜਿਹੜੇ ਆਫਿਸਿਸ ਦੇ ਵਿੱਚ ਮਿਲ ਕੇ ਤੁਹਾਡੇ ਕਿੰਨੇ ਬੈਂਡ ਨੇ, ਕੀ ਪੋਸੀਬਿਲਿਟੀ ਹੈ ਕਿ ਨਹੀਂ, ਤੇ ਪਹਿਲਾਂ ਹੀ ਇੱਕ ਸਹੀ ਰਾਹ ਚੁਣਨੀ ਚਾਹੀਦੀ ਹੈ, ਗਲਤ ਰਾਹ ਤੇ ਨਾ ਚੱਲੀਏ, ਕਿਉਂਕਿ ਟਾਈਮ ਵੀ ਵੇਸਟੇਜ ਔਰ ਸਾਰਾ ਜਿਹੜਾ ਰਾਹ ਖਰਾਬ, ਪੈਸੇ ਖਰਾਬ ਔਰ ਲਾਈਫ ਸਪਾਇਲ। ਬਿਲਕੁਲ, ਇਹ ਐਬਸੋਲੂਟਲੀ ਜਿਹੜੀਆਂ ਗੱਲਾਂ ਸਰ ਦੱਸ ਰਹੇ ਨੇ ਨਾ, ਇਹ ਬਿਲਕੁਲ ਸੱਚੀਆਂ ਗੱਲਾਂ ਹੈ, ਤੁਹਾਨੂੰ ਕਿਸੇ ਵੀ ਪਲੇਟਫਾਰਮ ਤੇ ਨਹੀਂ ਸੁਣਨ ਨੂੰ ਮਿਲਣਗੀਆਂ। ਭਾਵੇਂ ਤੁਸੀਂ ਕਿਸੇ ਏਜੰਟ ਕੋਲ ਵੀ ਚਲੇ ਜਾਓਗੇ ਨਾ, ਇਹ ਵਿੱਚ ਦੀਆਂ ਗੱਲਾਂ ਉਹ ਨਹੀਂ ਦੱਸੇਗਾ।
ਸੋ ਇਸ ਸ਼ੋਅ ਨੂੰ ਗੌਰ ਨਾਲ ਸੁਣੋ, ਗੌਰ ਨਾਲ ਦੇਖੋ, ਆਪਣੇ ਮਾਪਿਆਂ ਨਾਲ ਬੈਠ ਕੇ ਦੇਖੋ। ਮੈਂ ਆਲਵੇਜ਼ ਇਸ ਲਈ ਕਹਿੰਦੀ ਹਾਂ ਕਿਉਂਕਿ ਜਿਹੜੇ ਤੁਹਾਨੂੰ ਸਭ ਤੋਂ ਜ਼ਿਆਦਾ ਰਾਈਟ ਗਾਈਡ ਕਰ ਸਕਦੇ ਨੇ ਉਹ ਤੁਹਾਡੇ ਪੇਰੈਂਟਸ ਹੀ ਨੇ, ਜਿਨ੍ਹਾਂ ਦੀ ਤੁਹਾਨੂੰ ਸਲਾਹ ਸਭ ਤੋਂ ਵੱਧ ਮੰਨਣੀ ਚਾਹੀਦੀ ਹੈਗੀ ਹੈ। ਸੋ ਉਹ ਜੱਜ ਕਰ ਲੈਂਦੇ ਨੇ ਕਿ ਇਹ ਬੰਦਾ ਕਿੰਨਾ ਸੱਚ ਬੋਲ ਰਿਹਾ ਹੈਗਾ ਜਾਂ ਕਿੰਨਾ ਗਲਤ ਬੋਲ ਰਿਹਾ ਹੈਗਾ ਆ। ਸੋ ਉਹਨਾਂ ਨਾਲ ਬੈਠ ਕੇ ਇਹ ਸ਼ੋਅ ਦੇਖੋ। ਨੰਬਰ ਤੁਹਾਡੇ ਟੀਵੀ ਸਕਰੀਨਸ 'ਤੇ ਫਲੈਸ਼ ਹੁੰਦਾ ਪਿਆ, ਇਸ ਨੰਬਰ ਨੂੰ ਜ਼ਰੂਰ ਨੋਟ ਕਰਕੇ ਰੱਖ ਲਓ, ਕਿਉਂਕਿ ਸ਼ੋਅ ਖਤਮ ਹੋਣ ਤੋਂ ਬਾਅਦ ਜਦ ਤੁਸੀਂ ਗੱਲ ਕਰਨੀ ਹੋਏਗੀ ਸਰ ਨਾਲ ਪਰਸਨਲੀ ਮਿਲ ਕੇ, ਤਾਂ ਇਸ ਨੰਬਰ ਦੇ ਉੱਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਤੁਸੀਂ ਵੀ ਸਲਾਹ ਸੁਝਾਅ ਲੈ ਸਕਦੇ ਹੋ ਸਰ ਤੋਂ। ਸਰ ਮੈਂ ਇਹ ਪੁੱਛਣਾ ਚਾਹੁੰਦੀ ਹਾਂ, ਤੁਸੀਂ ਪੀਟੀ ਤੇ ਟਰੋਫਲ ਦੀ ਗੱਲ ਕੀਤੀ ਹੈਗੀ ਹੈ, ਜਿਹੜੇ ਬੱਚਿਆਂ ਦੇ ਆਇਲਸ ਦਾ ਬੈਂਡ ਅਚੀਵ ਨਹੀਂ ਕਰ ਪਾ ਰਹੇ, ਸੋ ਕਿਆ ਤੁਸੀਂ ਉਹਨਾਂ ਨੂੰ ਸੁਜੈਸਟ ਕਰ ਰਹੇ ਹੋ ਕਿ ਉਹ ਪੀਟੀਈ ਜਾਂ ਟਰੋਫਲ 'ਚ ਆਪਣੇ ਥੋੜ੍ਹੇ ਜਿਹੇ ਸਕੋਰ ਲਿਆਉਣ ਬੈਟਰ? ਕਿਆ ਇਹ ਈਜ਼ੀ ਹੈਗਾ ਆਇਲਸ ਤੋਂ? ਦਿਵਿਆ ਜੀ ਦੇਖੋ, ਇਹ ਹਰੇਕ ਜਿਹੜਾ ਟੈਸਟ ਹੈਗਾ ਉਸ ਦਾ ਇੱਕ ਆਪਣਾ ਇੱਕ ਫਾਰਮੈਟ ਹੁੰਦਾ ਹੈਗਾ। ਇਸ ਕਰਕੇ ਜਿਸ ਤਰ੍ਹਾਂ ਆਈਲੈਟਸ ਦਾ ਆਪਣਾ ਫਾਰਮੈਟ ਹੈ ਔਰ ਸਟੂਡੈਂਟ ਨੇ ਆਈਲੈਟਸ ਦਾ ਟੈਸਟ ਦਿੱਤਾ ਔਰ ਉਸ ਦੇ ਵਿੱਚ 2-3-4 ਵਾਰ ਦੇਣ ਦੇ ਬਾਵਜੂਦ ਅਗਰ ਨਹੀਂ ਆ ਰਿਹਾ ਹੈਗਾ ਤੇ ਦੂਸਰੀ ਤਰ੍ਹਾਂ ਦਾ ਟੈਸਟ ਟਰਾਈ ਕਰ ਸਕਦੇ ਨੇ ਜਿਸ ਦਾ ਫਾਰਮੈਟ ਡਿਫਰੈਂਟ ਹੈਗਾ। ਹੋ ਸਕਦਾ ਹੈ ਕਿ ਉਸ ਦਾ ਫਾਰਮੈਟ ਸਟੂਡੈਂਟ ਨੂੰ ਕੰਫਰਟੇਬਲ ਲੱਗੇ ਔਰ ਸੌਖਾ ਲੱਗੇ ਔਰ ਉਸ ਦੇ ਵਿੱਚ ਜਿਹੜਾ ਹੈ ਪ੍ਰੋਪਰ ਜ਼ਿਆਦਾ ਇਹ ਆਪਣੇ ਪੁਆਇੰਟਸ ਲੈ ਕੇ ਆ ਪਾਣਗੇ। ਪੀਟੀ ਵੀ ਕਰ ਸਕਦੇ ਨੇ, ਟੋਫਲ ਵੀ ਕਰ ਸਕਦੇ ਨੇ ਤੇ ਉਹ ਵੀ ਜਿਹੜੀ ਕੈਨੇਡੀਅਨ ਇੰਸਟੀਟਿਊਸ਼ਨਸ ਨੇ, ਆਸਟ੍ਰੇਲੀਅਨ ਇੰਸਟੀਟਿਊਸ਼ਨ ਨੇ ਐਕਸੈਪਟ ਕਰਦੇ ਨੇ ਔਰ ਅੰਬੈਸੀ ਦੇ ਵਿੱਚ ਵੀ ਵੀਜ਼ਾ ਲੱਗਣ ਦੀ ਸੰਭਾਵਨਾ ਹੁੰਦੀ ਹੈ, ਕੋਈ ਪ੍ਰੋਬਲਮ। ਠੀਕ ਹੈ ਸਰ, ਇੱਕ ਨਵੀਂ ਅਪਡੇਟ ਵੀ ਆਈ ਸੀ ਕੁਝ ਟਾਈਮ ਪਹਿਲੇ ਕਿ ਵਿਜ਼ਿਟਰ ਵੀਜ਼ਾ ਜਿਹੜੇ ਹੈਗੇ ਆ ਉਹ ਸਟਾਰਟ ਹੋ ਗਏ ਨੇ। ਉਹ ਕੋਈ ਵੀ ਜਾ ਸਕਦਾ ਹੈ ਜਾਂ ਜਿਹੜੇ ਉੱਥੇ ਹੈਗੇ ਨੇ ਸਟੂਡੈਂਟ ਉਹਨਾਂ ਦੀ ਫੈਮਿਲੀ ਮੈਂਬਰਸ ਦੇ ਲਈ ਜਾਂ ਸਪਾਊਸ ਦੇ ਲਈ ਹੈਗੇ ਆ? ਥੋੜ੍ਹੀ ਜਿਹੀ ਇਸ ਬਾਰੇ ਸਾਨੂੰ ਇਨਫੋਰਮੇਸ਼ਨ ਦਿਓ। ਬਿਲਕੁਲ ਦਿਵਿਆ ਜੀ, ਇਹ ਕਿ ਦੇਖੋ ਜਦੋਂ ਲੋਕਡਾਊਨ ਸੀਗਾ ਉਦੋਂ ਵਿਜ਼ਿਟਰ ਵੀਜ਼ਾ ਕੁਝ ਟਾਈਮ ਵਾਸਤੇ ਆਲਮੋਸਟ ਬੰਦ ਹੀ ਸੀਗੇ ਕਿਉਂਕਿ ਬਾਇਓਮੈਟ੍ਰਿਕਸ ਨਹੀਂ ਹੁੰਦੀ ਪਈ ਸੀਗੀ। ਹੁਣ ਜਿਹੜਾ ਹੈ ਬਾਇਓਮੈਟ੍ਰਿਕਸ ਹਰ ਇੱਕ ਤਰ੍ਹਾਂ ਦੇ ਕੇਸਿਸ ਵਾਸਤੇ ਖੁੱਲ੍ਹ ਗਿਆ ਹੈਗਾ ਔਰ ਵਿਜ਼ਿਟਰ ਵੀਜ਼ਾ ਅਪਲਾਈ ਕਰ ਸਕਦੇ ਨੇ। ਸਾਡੇ ਕੋਲੇ ਵਿਜ਼ਿਟਰ ਵੀਜ਼ਾਸ ਆਉਣ ਵੀ ਲੱਗ ਗਏ ਨੇ। ਵੀ ਹੈਵ ਗਾਟ ਦ ਵੀਜ਼ਾਸ ਫॉर ਦ ਵਿਜ਼ਿਟਰ ਵੀਜ਼ਾਸ। ਲੇਕਿਨ ਇੱਕ ਜਿਹੜੀ ਚੀਜ਼ ਹੈਗੀ ਹੈ ਕਿ ਇਹ ਉਹੀ ਅਪਲਾਈ ਕਰਨ ਜਿਹੜੇ ਕਿ ਇਸ ਵਕਤ ਆਥੋਰਾਈਜ਼ਡ ਨੇ ਟਰੈਵਲ ਕਰਨ ਵਾਸਤੇ, ਜਿਸ ਤਰ੍ਹਾਂ ਕਿ ਇਮੀਡੀਏਟ ਫੈਮਿਲੀ ਮੈਂਬਰਸ ਆਫ ਜਿਹੜਾ ਸਪਾਊਸ ਜਾਂ ਚਿਲਡਰਨ ਜਾਂ ਪੇਰੈਂਟਸ ਆਫ ਟੈਂਪਰੇਰੀ ਰੈਜ਼ੀਡੈਂਟਸ ਜਿਹੜੇ ਸਟੱਡੀ ਪਰਮਿਟ 'ਤੇ ਹੈਗੇ ਨੇ ਜਾਂ ਵਰਕ ਪਰਮਿਟ 'ਤੇ ਹੈਗੇ ਨੇ। ਲੇਕਿਨ ਜਿਹੜੇ ਕਿ PR ਜਾਂ ਸਿਟੀਜ਼ਨ ਨੇ ਉੱਥੇ ਕੈਨੇਡਾ ਦੇ ਵਿੱਚ ਤੇ ਉਹਨਾਂ ਦੇ ਜਿਹੜੇ ਸਿਬਲਿੰਗਸ ਬ੍ਰਦਰ ਸਿਸਟਰ ਵੀ ਕਰ ਸਕਦੇ ਨੇ, ਸਪਾਊਸ ਵੀ, ਬੱਚੇ ਵੀ ਔਰ ਪੇਰੈਂਟਸ ਵੀ, ਗ੍ਰੈਂਡ ਪੇਰੈਂਟਸ ਵੀ ਔਰ ਗ੍ਰੈਂਡ ਚਿਲਡਰਨ ਵੀ। ਸੋ ਇਹ ਸਾਰੀ ਜਿਹੜੀ ਕੈਟਾਗਰੀਜ਼ ਨੇ ਕੌਣ ਟਰੈਵਲ ਇਹੀ ਟਰੈਵਲ ਕਰ ਸਕਦੇ ਨੇ, ਫਰੈਂਡਸ ਇਸ ਵਕਤ ਟਰੈਵਲ ਨਹੀਂ ਕਰ ਸਕਦੇ। ਸੋ ਇਸੇ ਤਰੀਕੇ ਨਾਲ ਜਿਹੜਾ ਹੈ ਫਿਰ ਫਰੈਂਡਸ ਜਿਹੜੇ ਨੇ ਆਪਣੇ ਫਰੈਂਡ ਨੂੰ ਮਿਲਣ ਵਾਸਤੇ ਵਿਜ਼ਿਟਰ ਵੀਜ਼ਾ ਹਾਲੇ ਨਾ ਲਗਵਾਉਣ ਕਿਉਂਕਿ ਕਰੋਨਾ ਦੇ ਹਾਲੇ ਵੀ ਜਿਹੜਾ ਚੱਲਦਾ ਪਿਆ ਟਾਈਮ ਉਸ ਦੇ ਵਿੱਚ ਕਾਫੀ ਕੇਸਿਸ ਹਾਲੇ ਹੈਗੇ ਨੇ। ਕੈਨੇਡਾ ਦੇ ਵਿੱਚ ਵੀ ਹਾਲੇ ਕੇਸਿਸ ਹੈਗੇ ਨੇ, ਹਾਲਾਂਕਿ ਬੜੀ ਸਾਰੀ ਵੈਕਸੀਨੇਸ਼ਨ ਜਿਹੜੀ ਹੈ ਡਬਲ ਸੈਕੰਡ ਡੋਜ਼ ਵੀ ਬਹੁਤ ਸਾਰੇ ਲੋਕਾਂ ਨੂੰ ਲੱਗ ਚੁੱਕੀ ਹੈਗੀ ਹੈ, ਫਿਰ ਵੀ ਹਾਲੇ ਕਾਫੀ ਕੇਸਿਸ ਨੇ ਔਰ ਗੌਰਮੈਂਟਸ ਇੰਡੀਆ ਦੀ ਗੌਰਮੈਂਟ ਵੀ ਔਰ ਕੈਨੇਡਾ ਗੌਰਮੈਂਟ ਵੀ ਹਾਲੇ ਰਿਸਟ੍ਰਿਕਸ਼ਨਸ ਚਾਲੂ ਨੇ ਔਰ ਉਹਨਾਂ ਰਿਸਟ੍ਰਿਕਸ਼ਨਸ ਨੂੰ ਧਿਆਨ ਵਿੱਚ ਰੱਖ ਕੇ ਹੀ ਔਰ ਉਹਨਾਂ ਦੇ ਟਾਈਮ ਟੂ ਟਾਈਮ ਜਿਹੜੇ ਅਪਡੇਟ ਹੋਣਗੇ ਤੇ ਫਿਰ ਜਿਹੜਾ ਹੈਗਾ ਫਰੈਂਡਸ ਨੂੰ ਮਿਲਣ ਵਾਸਤੇ ਜਾਂ ਜਿਹੜੇ ਆਮ ਲੋਕ ਵੀ ਵਿਜ਼ਿਟਰ ਵੀਜ਼ਾ ਘੁੰਮਣ ਫਿਰਨ ਵਾਸਤੇ ਵੀ ਲਗਾ ਪਾਉਣਗੇ ਬਾਅਦ ਦੇ ਵਿੱਚ। ਸਰ ਮੈਂ ਚਾਹਾਂਗੀ ਆਪਾਂ ਬਾਕੀ ਇਨਫੋਰਮੇਸ਼ਨ ਤਾਂ ਦੇ ਹੀ ਰਹੇ ਹਾਂ ਲੇਕਿਨ ਜਿਹੜੇ ਸਟੂਡੈਂਟ ਦੀ ਮੇਨ ਕੰਮ ਦੀ ਇਨਫੋਰਮੇਸ਼ਨ ਹੈ ਉਹ ਉਹਨਾਂ ਤੱਕ ਜ਼ਰੂਰ ਪਹੁੰਚੇ। ਤੁਸੀਂ ਆਲਵੇਜ਼ ਸੈਮੀਨਾਰਸ ਆਰਗੇਨਾਈਜ਼ ਕਰਵਾਉਂਦੇ ਹੈਗੇ ਹੋ ਸਟੂਡੈਂਟਸ ਦੇ ਲਈ, ਸੋ ਹੁਣ ਕਿੱਥੇ ਸੈਮੀਨਾਰ ਹੈਗਾ ਉਹ ਜ਼ਰੂਰ ਦੱਸੋ ਸਰ। ਬਿਲਕੁਲ, 23 ਸਤੰਬਰ ਨੂੰ ਜਲੰਧਰ, 24 ਨੂੰ ਅੰਮ੍ਰਿਤਸਰ ਸਾਹਿਬ, 25 ਨੂੰ ਲੁਧਿਆਣਾ, 30 ਨੂੰ ਮੋਗਾ, 1 ਅਕਤੂਬਰ ਨੂੰ ਫਿਰੋਜ਼ਪੁਰ ਜੀ ਔਰ 2 ਤਰੀਕ ਨੂੰ ਬਠਿੰਡਾ, 3 ਅਕਤੂਬਰ ਨੂੰ ਬਰਨਾਲਾ ਦੇ ਵਿੱਚ ਸਾਰੀਆਂ ਟੀਮਾਂ ਨਾਲ ਹੋਣਗੀਆਂ। ਐਡਮਿਸ਼ਨ ਟੀਮ ਹੋਏਗੀ, ਮੈਂ ਖੁਦ ਹੋਊਂਗਾ ਔਰ ਇਹ ਸਾਰੇ ਪ੍ਰੋਗਰਾਮਸ, ਕੋਰਸਿਸ ਕਿਹੜੇ ਕਿੰਨੀ ਫੀਸ, ਐਲੀਜੀਬਿਲਿਟੀ ਕ੍ਰਾਈਟੇਰੀਆ ਹਰ ਤਰ੍ਹਾਂ ਦੀ ਇਨਫੋਰਮੇਸ਼ਨ ਤੁਹਾਨੂੰ ਦੇਵਾਂਗੇ। ਖਾਸ ਤੌਰ 'ਤੇ ਕਾਲਜ ਦੀ ਐਪਲੀਕੇਸ਼ਨ ਫੀਸ ਨਹੀਂ ਹੈਗੀ ਔਰ ਕੰਪਨੀ ਦੀ ਕੋਈ ਵੀ ਫੀਸ ਨਹੀਂ ਹੈਗੀ, ਸਿਲੈਕਟਡ ਸਟੂਡੈਂਟਸ ਕੋਲੋਂ। ਵੈਲਕਮ ਜੀ। ਬਿਲਕੁਲ, ਹੋਰ ਜੇ ਤੁਸੀਂ ਵੀ ਚਾਹੁੰਦੇ ਹੈਗੇ ਹੋ ਥੋੜ੍ਹੇ ਜਿਹੇ ਪੈਸੇ ਬਚਾਉਣਾ, ਆਪਸ਼ਨਸ ਤੁਹਾਡੇ ਕੋਲ ਹੋਰ ਹੋਣ, ਇਹਨਾਂ ਸੈਮੀਨਾਰਸ ਨੂੰ ਜ਼ਰੂਰ ਅਟੈਂਡ ਕਰਿਓ। ਡੇਟ ਸਰ ਨੇ ਤੁਹਾਨੂੰ ਦੱਸ ਹੀ ਦਿੱਤੀਆਂ। ਡਾਕਟਰ ਗਰਗ, ਹੁਣ ਮੈਂ ਨਾ ਮੋਸਟ ਡਿਫਿਕਲਟ ਕੁਐਸਚਨ ਅੱਜ ਕੱਲ੍ਹ ਦੇ ਹਿਸਾਬ ਨਾਲ ਮੈਂ ਉਹ ਪੁੱਛਣ ਵਾਲੀ ਹਾਂ ਤੁਹਾਡੇ ਤੋਂ। ਗੱਲ ਹੋ ਰਹੀ ਹੈ ਜੀ ਕਿਊਬੈਕ ਦੀ, ਜਿਹਦੇ ਬਾਰੇ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਇਸ ਵੇਲੇ। ਜਦ ਕਿਊਬੈਕ ਦੀ ਗੱਲ ਛਿੜਦੀ ਹੈ ਲੋਕ ਕਹਿੰਦੇ ਹਾਲੇ ਚੁੱਪ ਹੋ ਜਾਓ, ਹਾਲੇ ਇਸ ਬਾਰੇ ਗੱਲ ਨਾ ਕਰੋ। ਤੁਸੀਂ ਥੋੜ੍ਹਾ ਜਿਹਾ ਚਾਨਣਾ ਪਾਓ ਇਸ ਚੀਜ਼ 'ਤੇ, ਕਿਉਂ ਇੱਦਾਂ ਦਾ ਰਿਐਕਟ ਕੀਤਾ ਜਾ ਰਿਹਾ ਜਦ ਕਿਊਬੈਕ ਦਾ ਨਾਮ ਆਉਂਦਾ ਹੈਗਾ ਆ? ਹੋਰ ਕਰੰਟਲੀ ਕੀ ਸਿਚੁਏਸ਼ਨ ਹੈ ਜਿਨ੍ਹਾਂ ਦੇ ਆਲਰੇਡੀ ਕਿਊਬੈਕ ਦੇ ਵਿੱਚ ਸਟੂਡੈਂਟ ਦੇ ਕੇਸਿਸ ਲੱਗੇ ਹੋਏ ਨੇ, ਉਹਨਾਂ ਨੂੰ ਕੀ ਕਰਨਾ ਚਾਹੀਦਾ ਆ?
ਬਿਲਕੁਲ ਦਿਵਿਆ ਜੀ, ਦੇਖੋ ਇਹ ਕਿ ਕਿਊਬੈਕ ਦੇ ਵਿੱਚ ਜਿਹੜੇ ਕੇਸਿਸ ਲੱਗੇ ਹੋਏ ਸੀਗੇ, ਸ਼ੁਰੂਆਤ ਜਦੋਂ ਹੋਈ 2020 ਦੇ ਵਿੱਚ ਕਾਲਜਿਸ ਜਿਹੜੇ ਕਿਊਬੈਕ ਦੇ ਕਾਲਜਿਸ ਦੀ ਡਿਸਪਿਊਟ ਹੋ ਗਿਆ ਸੀਗਾ ਕਿਊਬੈਕ ਇਮੀਗ੍ਰੇਸ਼ਨ ਅਥਾਰਟੀਜ਼ ਨਾਲ, ਔਰ ਕਿਊਬੈਕ ਇਮੀਗ੍ਰੇਸ਼ਨ ਅਥਾਰਟੀਜ਼ ਨੇ ਜਿਹੜੀ ਕੈਨੇਡਾ ਦੀ ਇਮੀਗ੍ਰੇਸ਼ਨ ਅਥਾਰਟੀਜ਼ ਨੇ IRCC ਉਸ ਨੂੰ ਇਸ ਤਰ੍ਹਾਂ ਦੀ ਗੱਲਬਾਤ ਇਸ ਬਾਰੇ ਸਾਰੀ ਕੀਤੀ, ਔਰ ਕੈਨੇਡਾ ਅੰਬੈਸੀ ਨੇ ਕਾਫੀ ਟਾਈਮ ਤੱਕ 6, 8, 10 ਮਹੀਨੇ ਤੱਕ ਕਿਊਬੈਕ ਦੇ ਸਟੂਡੈਂਟਸ ਦੇ ਜਿੰਨੇ ਵੀ ਕੇਸਿਸ ਲੱਗੇ ਹੋਏ ਸੀਗੇ ਉਹਨਾਂ ਦੇ ਰਿਜ਼ਲਟਸ ਨੂੰ ਹੋਲਡ ਤੇ ਪਾ ਦਿੱਤਾ, ਔਰ ਸਟੂਡੈਂਟਸ ਨੇ ਕੈਨੇਡਾ ਅੰਬੈਸੀ ਦੇ ਅੱਗੇ ਧਰਨਾ ਵੀ ਦਿੱਤਾ। ਹੋਰ ਬੜੇ ਲੋਕ ਜਿਹੜਾ ਕੈਨੇਡਾ ਦੇ ਵਿੱਚ ਲੋਕ ਜਿਹੜੇ ਨੇ ਜਿਨ੍ਹਾਂ ਦੇ ਰਿਸ਼ਤੇਦਾਰ ਸਟੂਡੈਂਟਸ ਨੇ ਕਿਊਬੈਕ ਦੇ ਵਿੱਚ ਕੇਸਿਸ ਲਾਏ ਸੀਗੇ ਔਰ ਜਿਨ੍ਹਾਂ ਦਾ ਕੰਮ ਹੋਲਡ ਤੇ ਸੀਗਾ ਸਟੂਡੈਂਟ ਪਰਮਿਟ ਜਿਹੜੀ ਐਪਲੀਕੇਸ਼ਨਸ, ਤੇ ਉਹ ਜਿਹੜੇ ਉੱਥੇ ਦੇ ਮਿਨਿਸਟਰਸ ਨੂੰ ਵੀ ਮਿਲੇ, ਬੜੇ ਤਰੀਕੇ ਨਾਲ ਕੋਸ਼ਿਸ਼ਾਂ ਕੀਤੀਆਂ, ਐਫਰਟਸ, ਔਰ ਸੋਸ਼ਲ ਮੀਡੀਆ ਤੇ ਤਾਂ ਖੈਰ ਬਹੁਤ ਕੁਝ ਚੱਲਦਾ ਹੀ ਪਿਆ ਸੀਗਾ। ਤੇ ਉਦੋਂ ਫਿਰ ਜਿਹੜਾ ਹੈਗਾ ਕੈਨੇਡਾ ਅੰਬੈਸੀ ਨੇ ਉਹਨਾਂ ਦੇ ਰਿਜ਼ਲਟਸ ਦੇਣੇ ਸ਼ੁਰੂ ਕੀਤੇ, ਲੇਕਿਨ ਜ਼ਿਆਦਾਤਰ ਸਟੂਡੈਂਟਸ ਨੂੰ ਇਹ ਲੈਟਰਸ ਆ ਗਈਆਂ ਕਿ ਤੁਹਾਡੇ ਕੋਲੇ ਫੰਡਸ ਕਿੰਨੇ ਨੇ, ਇਹ ਤੁਸੀਂ ਡਾਕੂਮੈਂਟਸ ਭੇਜੋ ਸਾਨੂੰ ਫੰਡਸ ਦੇ, ਜਿਹੜਾ ਕਿ ਐਕਚੁਅਲੀ ਕੈਨੇਡਾ ਦੇ ਵਿੱਚ ਸਾਰੇ ਕੈਨੇਡਾ 'ਚ ਕਿਊਬੈਕ ਇਜ਼ ਜਸਟ ਅ ਪ੍ਰੋਵਿੰਸ ਆਫ ਕੈਨੇਡਾ, ਠੀਕ ਹੈ, ਤੇ ਅਦਰਵਾਈਜ਼ ਕੈਨੇਡਾ ਦਾ ਹਿੱਸਾ ਹੀ ਹੈਗੀ ਆ ਔਰ ਇੱਕ ਪ੍ਰੋਵਿੰਸ ਹੈਗੀ ਹੈ, ਜਿਸ ਤਰ੍ਹਾਂ ਕਿ ਬਾਕੀ ਪ੍ਰੋਵਿੰਸਿਸ ਨੇ, ਓਨਟੇਰੀਓ ਹੈਗੀ ਹੈ ਔਰ ਮੈਨੀਟੋਬਾ ਹੈਗੀ ਹੈ, BC ਬ੍ਰਿਟਿਸ਼ ਕੋਲੰਬੀਆ ਹੈਗੀ ਹੈ, ਅਲਬਰਟਾ ਹੈਗੀ ਹੈ, ਸਸਕੈਚੁਅਨ ਹੈਗੀ ਹੈ, ਤੇ ਕਿਊਬੈਕ ਵੀ ਇੱਕ ਪ੍ਰੋਵਿੰਸ ਹੈਗੀ ਹੈ, ਕੋਈ ਅਲੱਗ ਹਿੱਸਾ ਨਹੀਂ ਹੈਗੀ। ਸੋ ਜਦੋਂ ਸਾਰੇ ਕੈਨੇਡਾ ਦੇ ਵਿੱਚ ਸਟੂਡੈਂਟ ਵੀਜ਼ਾ ਵਾਸਤੇ ਫੰਡਸ ਦਿਖਾਉਣ ਦੀ ਜ਼ਰੂਰਤ ਨਹੀਂ, ਔਰ ਬਾਕੀ ਹੋਰ ਪ੍ਰੋਵਿੰਸਿਸ ਵਾਸਤੇ ਕਦੇ ਵੀ ਕਿਸੇ ਨੂੰ ਕੋਈ ਲੈਟਰ ਜਾਂ ਰਿਕੁਆਇਰਮੈਂਟ ਕੈਨੇਡਾ ਅੰਬੈਸੀ ਵੱਲੋਂ ਨਹੀਂ ਆਈ ਕਿ ਫੰਡਸ ਦਿਖਾਓ, ਤੇ ਕਿਊਬੈਕ ਨੂੰ ਹੀ ਕਿਉਂ ਆਈ, ਔਰ ਕਿਊਬੈਕ ਦੇ ਸਾਰੇ ਸਟੂਡੈਂਟਸ ਨੂੰ ਇਹ ਚਿੱਠੀਆਂ ਆਈਆਂ, ਲੈਟਰਸ, ਈਮੇਲਸ ਕਿ ਤੁਸੀਂ ਇਹ ਫੰਡਸ ਦਿਖਾਓ, ਔਰ ਸਟੂਡੈਂਟਸ ਨੇ ਜਿੰਨੇ ਵੀ ਕੇਸਿਸ ਹੋਲਡ ਤੇ ਸੀਗੇ ਉਹਨਾਂ ਨੂੰ ਜਦੋਂ ਇਹ ਈਮੇਲਸ ਆਈਆਂ ਰਿਕੁਆਇਰਮੈਂਟ, ਤੇ ਉਹਨਾਂ ਨੇ ਫੰਡਸ ਦੇ ਡਾਕੂਮੈਂਟ ਭੇਜੇ, ਤੇ ਸਕਸੈਸ ਰੇਟ ਜਿਹੜਾ ਹੈ ਤਕਰੀਬਨ ਕੋਈ ਇਹ ਲਗਾਓ ਕਿ 50% ਦੇ ਕਰੀਬ ਰਿਹਾ, ਲੇਕਿਨ ਕੰਪੈਰੀਟਿਵਲੀ ਜਿਹੜਾ ਐਜ਼ ਕੰਪੇਅਰ ਟੂ ਅਦਰ ਪ੍ਰੋਵਿੰਸਿਸ ਜਿਹੜਾ ਘੱਟ ਰਿਹਾ ਹੈਗਾ। ਸੋ ਇਹ ਜਿਹੜਾ ਸਾਰੇ ਪਿਛਲੇ ਡੇਢ ਸਾਲ ਦੇ ਕਰੀਬ ਦੇ ਵਿੱਚ ਜਿਹੜਾ ਕੁਝ ਹੋਇਆ ਕਿ ਕਾਫੀ ਟਾਈਮ ਤੱਕ ਸਟੂਡੈਂਟਸ ਦੇ ਰਿਜ਼ਲਟਸ ਹੋੜ ਤੇ ਪਏ, ਸਾਲ ਡੇਢ ਸਾਲ, ਸਵਾ ਸਾਲ ਬਾਅਦ ਸਟੂਡੈਂਟਸ ਦੇ ਰਿਜ਼ਲਟ ਆਏ ਨੇ, ਔਰ ਫਿਰ ਉਸ ਤੋਂ ਬਾਅਦ ਇਹ ਜਿਹੜੇ ਫੰਡਸ ਦਾ ਮਸਲਾ ਹੋ ਗਿਆ, ਫਿਰ ਉਸ ਤੋਂ ਬਾਅਦ ਰਿਫਿਊਜ਼ਲਸ ਦਾ ਸਾਹਮਣਾ ਹੋ ਗਿਆ। ਸੋ ਮੁਕਤੀਵਲ ਕੰਸਲਟੈਂਟਸ, ਸਟੂਡੈਂਟਸ, ਪੇਰੈਂਟਸ, ਇਹ ਸਾਰੇ ਇਸ ਵਕਤ ਕਿਊਬੈਕ ਦੇ ਕਾਲਜਿਸ ਦੇ ਵਿੱਚ ਜਾਣ ਤੋਂ ਪਰਹੇਜ਼ ਕਰਦੇ ਪਏ ਨੇ, ਡਰਦੇ ਪਏ ਨੇ, ਔਰ ਅਸੀਂ ਵੀ ਐਜ਼ ਕੰਸਲਟੈਂਟ ਸੋਚਦੇ ਹਾਂ ਕਿ ਇਹਨਾਂ ਦਾ ਜਿਹੜਾ ਇੱਕ ਡਿਸਪਿਊਟ ਚੱਲਦਾ ਪਿਆ ਸੀਗਾ ਉਸ ਦੇ ਵਿੱਚ ਇਹਨਾਂ ਨੇ ਇੱਕ ਬਹੁਤ ਗਲਤ ਕੰਮ ਹੋਇਆ ਕਿ ਅਥਾਰਟੀਜ਼ ਨੇ, ਕੈਨੇਡਾ ਅੰਬੈਸੀ, ਕੈਨੇਡਾ ਗੌਰਮੈਂਟ, ਕਿਊਬੈਕ ਜਿਹੜੀ ਹੈ ਇਮੀਗ੍ਰੇਸ਼ਨ ਅਥਾਰਟੀਜ਼, ਇਹਨਾਂ ਨੇ ਆਪਸੀ ਮਸਲੇ ਦੇ ਵਿੱਚ ਸਟੂਡੈਂਟਸ ਨੂੰ ਪੀਸ ਦਿੱਤਾ, ਦਾ ਮਤਲਬ ਉਹਨਾਂ ਨੂੰ ਨੁਕਸਾਨ ਪਹੁੰਚਾਇਆ, ਔਰ ਸਟੂਡੈਂਟਸ ਵਿਚਾਰੇ ਬਹੁਤ ਜ਼ਿਆਦਾ ਪਰੇਸ਼ਾਨ ਹੋਏ, ਸਾਲ ਡੇਢ ਸਾਲ ਲਟਕ ਗਿਆ ਕੇਸ, ਉਹਨਾਂ ਦੀ ਆਇਲਟਸ ਐਕਸਪਾਇਰ ਹੋ ਗਈ, ਔਰ ਜਿਨ੍ਹਾਂ ਦੀ ਆਇਲਟਸ ਐਕਸਪਾਇਰ ਹੋ ਗਈ ਫਿਰ ਵੀਜ਼ਾ ਰਿਫਿਊਜ਼ਲ ਹੋ ਗਈ, ਉਹਨਾਂ ਦਾ ਤਾਂ ਦੁਬਾਰਾ ਵੀ ਨਹੀਂ, ਜਿਨ੍ਹਾਂ ਦੀ ਆਇਲਟਸ ਦੀ ਵੈਲਿਡਿਟੀ ਹੈਗੀ ਸੀ ਹਾਲੇ ਉਹਨਾਂ ਦਾ ਤਾਂ ਫਿਰ ਵੀ ਦੁਬਾਰਾ ਅਸੀਂ ਕੇਸ ਕਿਸੇ ਹੋਰ ਕਾਲਜ ਵਾਸਤੇ ਲਗਾ ਲਾਂਗੇ, ਲੇਕਿਨ ਜਿਨ੍ਹਾਂ ਦੀ ਆਇਲਟਸ ਐਕਸਪਾਇਰ ਹੋ ਗਈ ਉਹਨਾਂ ਨੂੰ ਆਇਲਟਸ ਵੀ ਦੁਬਾਰਾ ਕਰਨੀ ਪਈ, ਇੰਨਾ ਟਾਈਮ ਵੀ ਨੁਕਸਾਨ ਹੋਇਆ, ਪੈਸੇ ਦਾ ਵੀ, ਔਰ ਬੜੇ ਸਾਰੇ ਤਾਂ ਇਸ ਤਰ੍ਹਾਂ ਦੇ ਸੀਗੇ ਕਿ ਨੈਚੁਰਲੀ ਕਿ ਇੱਧਰੋਂ ਉੱਧਰੋਂ ਫੜ ਕੇ ਹੁੰਦੇ ਆ ਪੈਸੇ, ਕਈ ਵਿਆਜ ਦਾ ਵੀ ਚੱਕਰ ਹੈਗਾ, ਕਈ ਤਰ੍ਹਾਂ ਦੇ ਨੁਕਸਾਨ ਹੋਏ। ਔਰ ਇਹੋ ਜਿਹੇ ਜਿਹੜੇ ਕਿਊਬੈਕ ਵਾਲੇ ਸਟੂਡੈਂਟਸ ਜਿਹੜੇ, ਹਾਲਾਂਕਿ ਪਤਾ ਤਾਂ ਸਾਰਿਆਂ ਨੂੰ ਸੀਗਾ ਕਿ ਇਸ ਦੇ ਵਿੱਚ ਕੰਸਲਟੈਂਟਸ ਦਾ ਕੋਈ ਕਸੂਰ ਨਹੀਂ ਹੈਗਾ, ਲੇਕਿਨ ਕੰਸਲਟੈਂਟਸ ਉਹੀ ਹੁੰਦਾ ਕਿ ਸਟੂਡੈਂਟਸ ਫਰਸਟ੍ਰੇਟਡ ਹੁੰਦੇ ਨੇ, ਅਪਸੈਟ ਹੁੰਦੇ ਨੇ, ਸਟੂਡੈਂਟਸ ਦੇ ਪੇਰੈਂਟਸ ਬੜੀ ਬੁਰੀ ਤਰ੍ਹਾਂ ਅਪਸੈਟ ਹੁੰਦੇ ਨੇ, ਔਰ ਉਹ ਜਿਹੜੀ ਉਹਨਾਂ ਦੀ ਪੜਾਸ ਜਿਹੜੀ ਹੈਗੀ ਆ ਜ਼ਿਆਦਾ ਨਹੀਂ ਤਾਂ ਥੋੜ੍ਹੀ 10-20% ਕੰਸਲਟੈਂਟਸ 'ਤੇ ਵੀ ਨਿਕਲਦੀ ਹੈ ਜੀ, ਕੁਛ ਕਰੋ, ਔਰ ਕੰਸਲਟੈਂਟਸ ਦੇ ਹੱਥਾਂ ਦੇ ਵਿੱਚ ਇੱਕ ਲਿਮਿਟਿਡ ਪਾਵਰ ਹੈਗੀ ਹੈ, ਅੰਬੈਸੀ ਨੂੰ ਕੁਛ ਨਹੀਂ ਕਹਿ ਸਕਦੇ, ਅੰਬੈਸੀ ਨੂੰ ਰਿਕੁਐਸਟ ਹੀ ਕਰ ਸਕਦੇ ਨੇ, ਰਿਮਾਈਂਡਰ ਜੀ ਭੇਜ ਸਕਦੇ ਨੇ। ਸੋ ਇਹ ਜਿਹੜਾ ਕੁਛ ਹੋਇਆ ਉਸ ਦੇ ਵਿੱਚ ਹਾਲੇ ਜਿਹੜਾ ਲੋਕ ਡਰੇ ਹੋਏ ਨੇ, ਔਰ ਹਾਲਾਂਕਿ ਐਸੀ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਹੈ, ਐਡਮਿਸ਼ਨਸ ਵੀ ਕਾਲਜਿਸ ਬੰਦ ਵੀ ਨਹੀਂ ਹੋਏ, ਬਲੈਕ ਲਿਸਟ ਵੀ ਨਹੀਂ ਹੋਏ, ਚੱਲਦੇ ਵੀ ਪਏ ਨੇ, ਅਥਾਰਟੀਜ਼ ਵੀ ਉਸ ਤਰ੍ਹਾਂ ਹੀ ਉਹਨਾਂ ਕੋਲ ਸਾਰਿਆਂ ਕੋਲ ਹੈਗੀਆਂ ਨੇ, ਕਿਊਬੈਕ ਦੇ ਵਿੱਚ ਅਪਲਾਈ ਕਰ ਸਕਦੇ ਆ, ਔਰ ਫਿਰ CAQ ਕਿਊਬੈਕ ਇਮੀਗ੍ਰੇਸ਼ਨ ਅਥਾਰਟੀਜ਼ ਜਿਹੜੀਆਂ ਨੇ ਉਹਨਾਂ ਤੋਂ CAQ ਲੈਣਾ ਹੁੰਦਾ ਉਹ ਵੀ ਲਵਾਂਗੇ, ਔਰ ਅੰਬੈਸੀ ਦੇ ਵਿੱਚ ਫਾਈਲ ਵੀ ਲਗਾਵਾਂਗੇ। ਬਟ ਉਹੀ ਹੈ ਕਿ ਸਟੂਡੈਂਟਸ, ਪੇਰੈਂਟਸ ਸਾਰੇ ਡਰੇ ਹੋਏ ਨੇ, ਤੇ ਲੈਟ ਅਸ ਸੀ ਕਿ ਵਟ ਹੈਪਨਸ ਅੱਗੇ ਜਿਹੜਾ ਹੈ ਹੌਲੀ ਮਾਹੌਲ ਕੁਝ ਸੁਧਰਦਾ ਪਿਆ ਹੈਗਾ, ਲੈਟ ਅਸ ਸੀ। ਜੀ ਬਿਲਕੁਲ, ਕਿਉਂਕਿ ਇੱਕ ਟਾਈਮ ਸੀਗਾ ਜਦ ਧੜੱਲੇ ਨਾਲ ਕਿਊਬੈਕ ਦੀ ਫਾਈਲਸ ਲੱਗੀਆਂ ਹੈਗੀਆਂ, ਬਟ ਹੁਣ ਜਿੱਦਾਂ ਕਿ ਤੁਸੀਂ ਦੱਸਿਆ ਜੈਨੂਇਨਲੀ ਬੱਚਾ ਡਰਿਆ ਹੋਇਆ,
ਮਾਪੇ ਡਰੇ ਹੋਏ ਨੇ ਕਿਉਂਕਿ ਉਹਨਾਂ ਦੇ ਪੈਸੇ ਲੱਗੇ ਹੋਏ ਨੇ ਸਰ, ਬਿਲਕੁਲ, ਜਿਹਦਾ ਲੇਕਿਨ- ਪੈਸਾ ਲੱਗੇਗਾ ਉਹ ਤਾਂ ਆਬਵੀਅਸਲੀ ਡਰੇਗਾ ਹੀ। ਬਿਲਕੁਲ ਦਿਵਿਆ ਜੀ, ਦੇਖੋ ਦੋ ਚੀਜ਼ਾਂ ਸੀਗੀਆਂ। ਇੱਕ ਤਾਂ ਕਿਊਬੈਕ ਦੇ ਵਿੱਚ ਜਿਹੜਾ ਤੁਸੀਂ ਜਿਹੜੀ ਗੱਲ ਕੀਤੀ ਧੜੱਲੇ ਨਾਲ ਹੋਇਆ, ਬਹੁਤ ਸਾਰੇ ਸਟੂਡੈਂਟਸ, ਹਜ਼ਾਰਾਂ ਸਟੂਡੈਂਟ ਬਹੁਤ ਜ਼ਿਆਦਾ ਗਏ ਉੱਥੇ। ਉਸ ਦੇ ਵਿੱਚ ਦੋ ਰੀਜ਼ਨ ਸੀਗੇ। ਇੱਕ ਤਾਂ ਉਦੋਂ ਜਿਹੜਾ ਹੈ ਐਪਲੀਕੇਸ਼ਨ ਦਾ ਰਸ ਬਹੁਤ ਜ਼ਿਆਦਾ ਸੀਗਾ, ਔਰ ਓਵਰਆਲ 6 ਨਾਟ ਲੈਸ ਦੈਨ 5.5 ਜਿਹੜਾ ਹੈ 5.5 ਦੇ ਨਾਲ ਘੱਟ ਕਾਲਜਿਸ ਲੈਂਦੇ ਸੀ ਉਹ ਉਦੋਂ ਜਿਹੜਾ ਹੈਗਾ ਕਿਊਬੈਕ ਵਾਲੇ ਕਾਲਜਿਸ ਲੈਂਦੇ ਸੀ ਜੀ। ਦੂਸਰਾ ਜਿਹੜਾ ਹੈ ਉੱਥੇ ਕਿਊਬੈਕ ਦੀ ਫੀਸ ਬੜੀ ਘੱਟ ਸੀ। ਸੋ ਦੇਖਿਆ ਜਾਵੇ ਤਾਂ ਹੁਣ ਜਦੋਂ ਡਿਸਪਿਊਟ ਵਾਲੀ ਗੱਲ ਆ ਜਾਂਦੀ ਹੈ ਤੇ ਦੇਖਿਆ ਜਾਵੇ ਹੁਣ ਉਸ ਤੋਂ ਬਾਅਦ ਫਿਰ ਰੀਸੈਂਟਲੀ ਕਈ ਨਵੇਂ ਕਾਲਜਿਸ ਜਿਹੜੇ ਨੇ ਉਹ ਆ ਚੁੱਕੇ ਨੇ, ਔਰ ਉਹ ਬੜੇ ਸਾਰੇ ਕਾਲਜਿਸ ਜਿਹੜੇ ਨੇ 5.5 ਇਨ ਐਨੀ ਮੋਡਿਊਲ ਜਿਹੜਾ ਹੈ ਉਸ ਦੇ ਨਾਲ 20 ਐਡਮਿਸ਼ਨ ਦਿੰਦੇ ਨੇ। ਕੋਈ ਘਾਟ ਨਹੀਂ ਇਹੋ ਜਿਹੇ ਕਾਲਜਿਸ ਦੀ, ਬੜੇ ਸਾਰੇ ਕਾਲਜਿਸ ਨੇ। ਕਈ ਕਾਲਜਿਸ ਵਿੱਚ ਫੀਸਾਂ ਵੀ ਪਹਿਲਾਂ ਗੱਲ ਹੁੰਦੀ ਰਹਿੰਦੀ ਹੈ, ਸੋਚ ਦੇ ਵਿੱਚ ਗੱਲਬਾਤ ਹੁੰਦੀ ਹੈ। NBCC ਨਿਊ ਬ੍ਰੰਜਵਿਕ ਕਮਿਊਨਿਟੀ ਕਾਲਜ ਹੈਗਾ, CNC ਕਾਲਜ ਹੈਗਾ, ਹੋਰ ਬੜੇ ਸਾਰੇ ਕਾਲਜਿਸ ਨੇ ਜਿੱਥੇ ਕਿ ਫੀਸਾਂ ਵੀ ਜਿਹੜੀਆਂ ਕਾਫੀ ਘੱਟ ਨੇ। ਤੇ ਉਹ ਆਪਾਂ ਜਿਹੜਾ ਸਾਡੇ ਆਫਿਸਿਸ ਦੇ ਵਿੱਚ ਜਾ ਕੇ ਤੁਸੀਂ ਅਲੱਗ-ਅਲੱਗ ਕਾਲਜਿਸ, ਅਲੱਗ-ਅਲੱਗ ਕੋਰਸਿਸ ਦੀ ਫੀਸ ਜਿਹੜੀ ਅਗਰ ਘੱਟ ਲੈਣੀ ਚਾਹੁੰਦੇ ਤੇ ਉਹ ਵੀ ਡਿਸਕਸ ਕਰ ਸਕਦੇ ਹਾਂ। ਬਟ ਦੇਅਰ ਆਰ ਆਪਸ਼ਨਸ। ਤੇ ਫਿਰ ਉਹ ਹੀ ਸਟੂਡੈਂਟਸ ਔਰ ਜ਼ਿਆਦਾਤਰ ਜਿਹੜਾ ਪੇਰੈਂਟਸ ਇਹ ਸੋਚਦੇ ਨੇ ਕਿ ਵਾਈ ਟੂ ਟੇਕ ਏ ਚਾਂਸ, ਦਾ ਮਤਲਬ ਕਿ ਜਦੋਂ ਹੋਰ ਆਪਸ਼ਨਸ ਹੈਗੀਆਂ ਨੇ ਔਰ ਰਸਤੇ ਹੈਗੇ ਨੇ ਤੇ ਫਿਰ ਕਿਊਬੈਕ ਜਿਹੜਾ ਕਿ ਇੱਕ ਥੋੜ੍ਹਾ ਜਿਹਾ ਡਿਸਪਿਊਟ ਵਾਲਾ ਔਰ ਮਸਲੇ ਵਾਲਾ ਬਣਿਆ ਰਿਹਾ ਕਾਰਨ, ਉਸ ਦੇ ਵਿੱਚ ਕਿਉਂ ਇੰਡਲਜ ਹੋਣਾ, ਉਸ ਦੇ ਵਿੱਚ ਕਿਉਂ ਜਾਣਾ ਜੀ। ਠੀਕ ਹੈ, ਤੁਸੀਂ ਇਹਨਾਂ ਦੇ ਨੰਬਰ ਜ਼ਰੂਰ ਨੋਟ ਕਰ ਲਓ ਕਿਉਂਕਿ ਇਹ ਨੰਬਰ ਤੁਹਾਡੇ ਬਹੁਤ ਕੰਮ ਆਏਗੇ ਪਾਇਨੀਅਰ ਇਮੀਗ੍ਰੇਸ਼ਨ ਤੇ ਪਹੁੰਚਣ ਦੇ ਲਈ, ਡਾਕਟਰ ਰਵੀ ਗਰਗ ਦੇ ਨਾਲ ਗੱਲਬਾਤ ਕਰਨ ਦੇ ਲਈ। ਇਹਨਾਂ ਨੰਬਰਸ ਤੇ ਹੀ ਤੁਸੀਂ ਗੱਲਬਾਤ ਕਰ ਸਕਦੇ ਹੋ। ਸੋ ਨੰਬਰ ਨੋਟ ਕਰਨਾ ਬਿਲਕੁਲ ਨਾ ਭੁੱਲਿਓ। ਤੁਹਾਡੇ ਵੱਲੋਂ ਮੈਂ ਵੀ ਬਹੁਤ ਸਾਰੇ ਸਵਾਲ ਸਰ ਨੂੰ ਬੜੇ ਹੀ ਟਰਾਂਸਪੇਰੈਂਸੀ ਨਾਲ ਪੁੱਛਦੀ ਪਈ ਹਾਂ। ਮੇਰੀ ਕੋਸ਼ਿਸ਼ ਰਹੇਗੀ ਕਿ ਜਿੰਨੀ ਵੀ ਕਨਫਿਊਜ਼ਨ ਤੁਹਾਡੀ ਹੈਗੀ ਹੈ ਉਹ ਸਾਰੀ ਕਲੀਅਰ ਆਊਟ ਕਰਨ ਦੀ ਕੋਸ਼ਿਸ਼ ਕਰੀਏ। ਸਰ ਤੁਸੀਂ ਲੋ ਬੈਂਡ ਵਾਲੇ ਸਟੂਡੈਂਟਸ ਨੂੰ ਤਾਂ ਗਾਈਡੈਂਸ ਦਿੱਤੀ ਹੈਗੀ ਹੈ, ਲੇਕਿਨ ਮੈਂ ਚਾਹਾਂਗੀ ਜਿਨ੍ਹਾਂ ਦਾ ਲੋ ਬਜਟ ਹੈਗਾ ਆ, ਬਿਲਕੁਲ ਥੋੜਾ ਜਿਹਾ ਉਹਨਾਂ ਨੂੰ ਵੀ ਗਾਈਡੈਂਸ ਦਿਓ ਕਿ ਉਹਨਾਂ ਨੂੰ ਕੀ ਕਰਨਾ ਚਾਹੀਦਾ ਆ, ਕਿ ਉਹਨਾਂ ਦਾ ਕੁਝ ਇੱਦਾਂ ਦੀ ਕੋਈ ਪਾਲਿਸੀ ਦੱਸੋ ਕਿ ਉਹਨਾਂ ਨੂੰ ਰਿਫੰਡ ਆਏ ਜਾਂ ਉਹਨਾਂ ਦੀ ਫੀਸ ਘੱਟ ਲੱਗੇ, ਕੋਈ ਸਕਾਲਰਸ਼ਿਪ ਉਹਨਾਂ ਨੂੰ ਮਿਲ ਜਾਏ। ਇੱਦਾਂ ਦੇ ਬੜੇ ਸਾਰੇ ਬ੍ਰਾਈਟ ਸਟੂਡੈਂਟ ਹੈ ਜਿਨ੍ਹਾਂ ਦਾ ਬਜਟ ਲੋ ਹੈਗਾ, ਸਿਰਫ ਇਸ ਕਰਕੇ ਉਹ ਆਪਣਾ ਕਰੀਅਰ ਨਹੀਂ ਬਣਾ ਪਾ ਰਹੇ। ਬਿਲਕੁਲ ਦਿਵਿਆ ਜੀ, ਦੇਖੋ ਸਕਾਲਰਸ਼ਿਪ ਬੜੇ ਘੱਟ ਕਾਲਜਿਸ ਇੰਸਟੀਟਿਊਸ਼ਨਸ ਦਿੰਦੇ ਨੇ ਇੰਡੀਆ ਤੋਂ। ਠੀਕ ਹੈ। ਔਰ ਕੁਝ ਕਾਲਜਿਸ ਇੰਸਟੀਟਿਊਸ਼ਨਸ ਦਿੰਦੇ ਨੇ ਜਦੋਂ ਸਟੂਡੈਂਟਸ ਉੱਥੇ ਜਾ ਕੇ ਪੜ੍ਹਦੇ ਨੇ, ਫਸਟ ਸਮੈਸਟਰ ਵਿੱਚ ਚੰਗੇ ਨੰਬਰ ਲੈਂਦੇ ਨੇ ਤੇ ਫਿਰ ਉਹ ਜਿਹੜਾ ਸਕਾਲਰਸ਼ਿਪ ਦਿੰਦੇ ਨੇ ਉਹ ਵੀ 1000 2000 3000 ਡਾਲਰ, ਥੋੜਾ ਜਿਹਾ ਹੀ ਅਮਾਉਂਟ ਹੈਗਾ। ਟੋਟਲ ਜਿਹੜਾ ਹੈਗਾ ਆਮ ਕਾਲਜਿਸ ਦੀ ਬਜਟ ਦੀ ਜਿਹੜੀ ਗੱਲ ਕੀਤੀ, 2 ਸਾਲ ਦੇ ਕੋਰਸ ਦੀ ਤਕਰੀਬਨ ਕੋਈ 32000 ਡਾਲਰ ਦੇ ਕਰੀਬ ਹੁੰਦੇ ਨੇ ਆਮ ਕਾਲਜਿਸ ਦਾ ਜਿਹੜਾ ਟਿਊਸ਼ਨ ਫੀਸ। ਔਰ ਉਹੀ 2-3 ਹਜ਼ਾਰ ਦੇ ਕਰੀਬ ਅਗਰ ਸਕਾਲਰਸ਼ਿਪ ਮਿਲ ਵੀ ਗਿਆ ਤੇ ਬਹੁਤਾ ਜ਼ਿਆਦਾ ਮੈਟਰ ਤਾਂ ਨਹੀਂ ਕਰਦਾ। ਆਫ ਕੋਰਸ ਦ ਸਟੂਡੈਂਟ ਸ਼ੁੱਡ ਆਲਵੇਜ਼ ਟਰਾਈ, ਔਰ ਸਟੂਡੈਂਟਸ ਦਾ ਖੁਦ ਵੀ ਧਿਆਨ ਦੇਣ ਕਿ ਆਪਣੇ ਜਿਹੜੇ ਕਾਲਜਿਸ ਵਿੱਚ ਅਪਲਾਈ ਕਰਨਾ ਚਾਹੁੰਦੇ ਨੇ, ਜਾ ਕੇ ਪੜ੍ਹਨਾ ਚਾਹੁੰਦੇ ਨੇ ਜਾਂ ਅਪਲਾਈ ਕਰ ਦਿੱਤਾ ਜਿਨ੍ਹਾਂ ਕਾਲਜਿਸ ਦੇ ਵਿੱਚ, ਉਹਨਾਂ ਕਾਲਜਿਸ ਦੀ ਵੈਬਸਾਈਟ ਤੇ ਜਾ ਕੇ ਉਹਨਾਂ ਦੀ ਸਕਾਲਰਸ਼ਿਪ ਪਾਲਿਸੀ ਨੂੰ ਜ਼ਰੂਰ ਚੈੱਕ ਕਰਨ ਕਿ ਕਿਸ ਤਰੀਕੇ ਨਾਲ ਫਾਰਮ ਭਰ ਕੇ ਉਹਨਾਂ ਨੇ ਅਪਲਾਈ ਕਰਨਾ ਹੈਗਾ। ਉਹ ਅਪਲਾਈ ਕਰਨ, ਉੱਥੇ ਜਾ ਕੇ ਵੀ ਜਿਹੜਾ ਹੋਈ ਫਸਟ ਸਮੈਸਟਰ ਵਗੈਰਾ ਵਿੱਚ ਜਦੋਂ ਨੰਬਰ ਚੰਗੇ ਆਉਣ ਤੇ ਅਗਰ ਐਲੀਜੀਬਿਲਿਟੀ ਬਣਦੀ ਹੈ ਤੇ ਸਕਾਲਰਸ਼ਿਪ ਲੈਣ। ਲੇਕਿਨ ਜ਼ਿਆਦਾ ਗੱਲ ਇਹ ਹੈ ਕਿ ਅਗਰ ਅਫੋਰਡ ਨਹੀਂ ਕਰਦੇ ਸਟੂਡੈਂਟ ਤੇ ਸਾਡੇ ਆਫਿਸ ਦੇ ਵਿੱਚ ਕਾਉਂਸਲਰਸ ਨੂੰ, ਮੈਨੇਜਰ ਨੂੰ ਦੱਸਣ। ਮੇਰੇ ਨਾਲ ਵੀ ਜਿਸ ਤਰ੍ਹਾਂ ਕਿ ਸੈਮੀਨਾਰ ਦੇ ਵਿੱਚ ਗੱਲਬਾਤ ਹੁੰਦੀ ਹੈ, ਅਲੱਗ-ਅਲੱਗ ਸੈਮੀਨਾਰ ਹੁੰਦੇ ਨੇ ਤੇ ਉਸ ਦੇ ਵਿੱਚ ਜਦੋਂ ਮਿਲਦੇ ਹੋ ਤੇ ਉਸ ਦੇ ਵਿੱਚ ਤੁਸੀਂ ਇਹ ਸਾਰੀ ਡਿਟੇਲ ਮੇਰੇ ਨਾਲ ਸ਼ੇਅਰ ਕਰੋ ਤਾਂ ਕਿ ਮੈਂ ਤੁਹਾਨੂੰ, ਮੈਂ ਮੇਰੇ ਕਾਉਂਸਲਰਸ, ਮੈਨੇਜਰ, ਸਾਡੇ ਆਫਿਸਿਸ ਤੁਹਾਨੂੰ ਤੁਹਾਡੇ ਬਜਟ ਦੇ ਮੁਤਾਬਿਕ ਘੱਟ ਫੀਸ ਵਾਲੇ ਕਾਲਜਿਸ ਸੁਜੈਸਟ ਕਰ ਸਕੀਏ। ਜਿਸ ਤਰ੍ਹਾਂ ਕਿ ਲੈਂਪਟਨ ਕਾਲਜ ਹੈਗਾ, KPU ਕੁਆਂਟਨ ਪੋਲੀਟੈਕਨਿਕ ਜਿਹੜਾ ਯੂਨੀਵਰਸਿਟੀ ਹੈਗੀ ਹੈ ਸਰੀ ਦੇ ਵਿੱਚ, ਲੈਂਪਟਨ ਕਾਲਜ ਦੀ ਗੱਲ ਕੀਤੀ, ਟੋਰਾਂਟੋ, ਮਿਸੀਸਾਗਾ, ਸਾਰਨੀਆ ਦੇ ਵਿੱਚ, ਤੇ ਇਹ ਇਹਨਾਂ ਦੇ ਜਿਹੜਾ ਔਰ ਇੱਕ ਕੇਪ ਬ੍ਰਿਟਨ ਯੂਨੀਵਰਸਿਟੀ ਹੈਗੀ ਹੈ ਜਿਹੜੀ ਕਿ ਸਿਡਨੀ ਸਿਟੀ, ਨੋਵਾ ਸਕੋਸ਼ੀਆ ਪ੍ਰੋਵਿੰਸ ਦੇ ਵਿੱਚ। ਇਹਨਾਂ ਦੇ 3+1 ਜ਼ਿਆਦਾਤਰ ਜਿਹੜੇ ਨੇ ਕੋਪ ਪ੍ਰੋਗਰਾਮ ਕਿ 3 ਸਮੈਸਟਰ ਦੀ ਫੀਸ ਦੇਣੀ ਹੈਗੀ ਹੈ, ਜਿੱਥੇ ਕਿ 2 ਸਾਲਾਂ ਦੀ ਫੀਸ ਬਾਕੀ ਥਾਵਾਂ ਤੇ ਤਕਰੀਬਨ ਕੋਈ 32-34 ਹਜ਼ਾਰ ਡਾਲਰ, ਇਹਨਾਂ ਦੇ ਵਿੱਚ ਤਕਰੀਬਨ ਕੋਈ 25-26 ਹਜ਼ਾਰ ਡਾਲਰ ਦੇ ਕਰੀਬ, ਕਾਫੀ 5 ਲੱਖ ਦਾ ਫਾਇਦਾ। ਸੋ ਇਹ ਹੈਗਾ। ਉਸ ਦੇ ਇਲਾਵਾ NBCC ਜਿਹੜਾ ਬਾਕੀ ਕਾਲਜਾਂ ਦੀ 32,000, ਉਹਨਾਂ ਦੀ 20,000 ਡਾਲਰ ਤਕਰੀਬਨ ਅੱਧੀ ਫੀਸ। ਇਸੇ ਤਰ੍ਹਾਂ CNC ਜਿਹੜਾ ਹੈ ਕਾਲਜ ਆਫ ਨਿਊ ਕੈਲੇਡੋਨੀਆ, ਉਸ ਦੀ ਵੀ 32-34 ਹਜ਼ਾਰ ਦੇ ਬਜਾਏ 25-26 ਹਜ਼ਾਰ ਜਿਹੜੀ ਹੈ ਟਿਊਸ਼ਨ ਫੀਸ 2 ਸਾਲਾਂ ਦੀ, ਕਾਫੀ ਇਸ ਦੇ ਵਿੱਚ ਕਾਫੀ ਬਚਤ ਹੋ ਜਾਂਦੀ ਹੈ। ਸੋ ਇਹ ਆਪਾਂ ਇਹ ਆਪਸ਼ਨਸ ਦੇਖ ਸਕਦੇ ਹਾਂ ਜਿੱਥੇ ਕਿ ਘੱਟ ਫੀਸ
ਦੇਣੀ ਪਵੇ। ਆਈ ਵਿਸ਼ ਕਿ ਮੈਂ ਹੋਰ ਸਵਾਲ ਪੁੱਛ ਪਾਉਂਦੀ, ਬਹੁਤ ਸਾਰਾ ਸੀਗਾ ਲੇਕਿਨ ਸਮਾਂ ਇਜਾਜ਼ਤ ਨਹੀਂ ਦਿੰਦਾ ਪਿਆ ਹੈਗਾ। ਬਿਲਕੁਲ ਇੱਕ ਦਿਵਿਆ ਜੀ ਗੱਲ ਹੈ ਕਿ ਪਾਇਨੀਅਰ ਇਮੀਗ੍ਰੇਸ਼ਨ ਲਿਖ ਕੇ ਤੁਸੀਂ YouTube ਚੈਨਲ, Facebook ਪੇਜ ਪਾਇਨੀਅਰ ਇਮੀਗ੍ਰੇਸ਼ਨ ਦਾ ਔਰ Instagram ਪੇਜ ਤੇ ਲਾਈਕ ਕਰੋ, ਸ਼ੇਅਰ ਕਰੋ ਪੋਸਟ। ਔਰ ਇਹ ਟੀਵੀ ਸਾਰੇ ਇੰਟਰਵਿਊਜ਼, ਬੜੇ ਸਾਰੇ ਟੀਵੀ ਇੰਟਰਵਿਊਜ਼, ਮੇਰੇ ਲਾਈਵ ਸੈਸ਼ਨ ਤੇ ਜਾ ਕੇ ਬਹੁਤ ਸਾਰੀ ਹੋਰ ਇਨਫੋਰਮੇਸ਼ਨ ਵੀ ਤੁਸੀਂ ਲੈ ਸਕਦੇ ਹੋ ਜੀ। ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਸਰ ਸਾਡੇ ਨਾਲ ਜੁੜਨ ਦੇ ਲਈ। ਥੈਂਕ ਯੂ ਸੋ ਮਚ। ਵੈਲਕਮ, ਸਤਿ ਸ੍ਰੀ ਅਕਾਲ, ਧੰਨਵਾਦ ਜੀ।